ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ। ਅੱਜ ਡਾਕਟਰ ਪਰਮਿੰਦਰ ਤੱਗੜ ਜਿਸ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਲੈ ਕੇ ਆਇਆ, ਮੇਰੇ ਨਾਲ ਜੋ ਬੈਠੇ ਨੇ, ਇਹਨੇ ਡਾਕਟਰ ਸਮਰਾਟ ਖੰਨਾ। ਡਾਕਟਰ ਖੰਨਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੌਂਸਟੀਚਿਊਂਟ ਕਾਲਜ, ਯੂਨੀਵਰਸਿਟੀ ਕਾਲਜ ਜੈਤੋ ਦੇ ਵਿੱਚ ਅੰਗਰੇਜ਼ੀ ਵਿਸ਼ੇ ਦੇ ਪ੍ਰਾਧਿਆਪਕ ਨੇ। HOD ਵਜੋਂ ਅੰਗਰੇਜ਼ੀ ਵਿਸ਼ੇ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸੰਭਾਲ ਰਹੇ ਨੇ। ਮੈਂ ਉਹਨਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਹਾਰਦਿਕ ਸਵਾਗਤ ਕਰਦਾ। ਔਰ ਡਾਕਟਰ ਖੰਨਾ ਨੂੰ ਸਾਡੇ ਸਰੋਤਿਆਂ ਦੇ ਰੂਬਰੂ ਕਰਨਾ, ਖਾਸ ਤੌਰ 'ਤੇ ਵਿਦਿਆਰਥੀ ਵਰਗ ਦੇ ਰੂਬਰੂ ਕਰਨਾ, ਉਸ ਦੇ ਪਿੱਛੇ ਸਾਡਾ ਮਕਸਦ ਸਿਰਫ ਇਹੀ ਹੈ ਕਿ ਉਹਨਾਂ ਦੀ ਸਕਸੈਸ ਸਟੋਰੀ ਤੋਂ, ਉਹਨਾਂ ਦੀ ਸਫਲਤਾ ਦੀ ਕਹਾਣੀ ਤੋਂ ਸਾਡਾ ਵਿਦਿਆਰਥੀ ਵਰਗ ਜਾਣ ਸਕੇ ਔਰ ਉਹਨਾਂ ਤੋਂ ਪ੍ਰੇਰਿਤ ਹੋ ਸਕੇ। ਸੋ ਇਸ ਪ੍ਰੇਰਣਾ ਦਾ ਬਾਇਸ ਬਣਨ ਲਈ ਅਸੀਂ ਅੱਜ ਡਾਕਟਰ ਖੰਨਾ ਨੂੰ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਸੱਦਾ ਦਿੱਤਾ। ਬੇਸ਼ੱਕ ਉਹ ਸਾਡੇ ਪਰਿਵਾਰਕ ਮੈਂਬਰ ਨੇ, ਲੇਕਿਨ ਅੱਜ ਅਸੀਂ ਉਹਨਾਂ ਨੂੰ ਇੱਕ ਮਹਿਮਾਨ ਦੀ ਤਰ੍ਹਾਂ ਟਰੀਟ ਕਰਾਂਗੇ ਔਰ ਉਹਨਾਂ ਤੋਂ ਉਹਨਾਂ ਦੀ ਜ਼ਿੰਦਗੀ ਬਾਰੇ ਜਾਣਾਂਗੇ, ਉਹਨਾਂ ਦੀ ਸਫਲਤਾ ਦੀ ਕਹਾਣੀ ਬਾਰੇ ਜਾਣਾਂਗੇ। ਸਭ ਤੋਂ ਪਹਿਲਾਂ ਡਾਕਟਰ ਖੰਨਾ, ਤੁਹਾਡਾ ਬਹੁਤ ਬਹੁਤ ਸਵਾਗਤ। ਥੈਂਕ ਯੂ ਡਾਕਟਰ ਤੱਗੜ। ਹਾਂ, ਸਭ ਤੋਂ ਪਹਿਲਾਂ ਅਸੀਂ ਇਹ ਜਾਣਨਾ ਚਾਹਾਂਗੇ ਕਿ ਤੁਹਾਡਾ ਬਚਪਨ ਕਿਸ ਤਰ੍ਹਾਂ ਦਾ ਰਿਹਾ, ਤੁਸੀਂ ਕਿੱਥੇ ਪੈਦਾ ਹੋਏ ਔਰ ਕੀ ਤੁਹਾਡੀ ਫੈਮਿਲੀ ਬੈਕਗਰਾਉਂਡ ਸੀ ਤੇ ਕਿਵੇਂ ਤੁਸੀਂ ਆਪਣਾ ਜਿਹੜਾ ਉਹ ਪੜ੍ਹਨ ਪੜ੍ਹਾਉਣ ਦਾ ਸਿਲਸਿਲਾ ਸ਼ੁਰੂ ਕੀਤਾ। ਜੀ ਡਾਕਟਰ ਸਾਹਿਬ, ਡਾਕਟਰ ਤੱਗੜ, ਪਹਿਲੇ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਾਂਗਾ ਕਿ ਤੁਸੀਂ ਚਲੋ ਕੁਝ ਗੱਲਾਂ ਮੇਰੇ ਤੋਂ ਵੀ ਸੁਣਨੀਆਂ ਚਾਹੀਆਂ ਕਿ ਮੈਂ ਕਿਸੇ ਹੱਦ ਤੱਕ ਜੇ ਕਿਸੇ ਯੰਗਸਟਰ ਨੂੰ ਮੋਟੀਵੇਟ ਕਰ ਪਾਵਾਂ ਤੇ ਕੁਝ ਆਪਣੀ ਆਪ ਬੀਤੀ ਕਹਿ ਕੇ ਕਿਸੇ ਦੇ ਵਿੱਚ ਪੋਜ਼ਿਟਿਵਿਟੀ ਇਨਫੋਰਸ ਕਰ ਪਾਵਾਂ ਤੇ ਸ਼ਾਇਦ ਆਪਣਾ ਇਸ ਇੰਟਰੈਕਸ਼ਨ ਦਾ ਮਕਸਦ ਕੰਪਲੀਟ ਹੋ ਜਾਏਗਾ। ਜਿੱਥੋਂ ਤੱਕ ਮੇਰਾ ਬਚਪਨ ਹੈ ਜੀ, ਮੈਂ ਜਨਮ ਮੇਰਾ ਫਿਰੋਜ਼ਪੁਰ 'ਚ ਹੋਇਆ ਤੇ ਸਕੂਲਿੰਗ ਮੇਰੀ ਸੇਂਟ ਜੋਸਫਸ ਕਨਵੈਂਟ ਸਕੂਲ 'ਚ ਹੋਈ ਤੇ ਹਮੇਸ਼ਾ ਹੀ ਮੈਂ ਇੱਕ ਸੈਕੰਡ ਲੈਵਲ ਦਾ, ਯਾਨੀ ਕਿ ਇੱਕ ਸੈਕੰਡਰੀ ਸਟੂਡੈਂਟ ਰਿਹਾ, ਨਾਟ ਐਟ ਦ ਪ੍ਰਾਇਮਰੀ ਲੈਵਲ, ਕਿਉਂਕਿ ਘਰੇ ਹੀ ਇੱਕ ਸ਼ੈਡੋ ਇਫੈਕਟ ਸੀਗਾ। ਬ੍ਰਦਰ ਮੇਰਾ ਬਹੁਤ ਜ਼ਿਆਦਾ ਇੰਟੈਲੀਜੈਂਟ ਤੇ ਟੌਪਰ ਸੀਗਾ ਤੇ ਮੈਂ ਇੱਕ ਅਬਵ ਐਵਰੇਜ ਸਟੂਡੈਂਟ ਸੀਗਾ। ਪਰ ਜਿਵੇਂ ਜਿਵੇਂ ਐਕਸਪੈਕਟੇਸ਼ਨਸ ਤੁਹਾਡੇ ਤੋਂ ਕੋਈ ਜ਼ਿਆਦਾ ਨਹੀਂ ਰੱਖਦਾ ਤੇ ਉਵੇਂ ਉਵੇਂ ਤੁਸੀਂ ਲਾਈਫ ਵਿੱਚ ਕਿਸੇ ਤਰ੍ਹਾਂ ਦਾ ਸੰਘਰਸ਼ ਕਰਦੇ ਹੋ। ਤੇ ਮੇਰਾ ਸੰਘਰਸ਼ ਕਿਸੇ ਹੋਰ ਵਿਦਿਆਰਥੀ ਨਾਲ ਜਾਂ ਕਿਸੇ ਹੋਰ ਬੱਚੇ ਨਾਲ ਨਹੀਂ ਸੀਗਾ, ਆਪਣੇ ਆਪ ਨਾਲ ਹੀ ਸੀਗਾ। ਤੇ ਮੈਂ ਜਿਹੜੀ ਕੋਈ ਜਿੱਤ ਹਾਸਿਲ ਕੀਤੀ ਹੈ, ਆਪਣੇ ਪਾਸਟ ਤੋਂ ਪ੍ਰੈਜ਼ੈਂਟ ਤੇ ਹੁਣ ਫਿਊਚਰ ਵੱਲ ਜਾਂਦੇ ਹੋਏ ਆਪਣੇ ਆਪ ਤੋਂ ਹੀ ਜਿੱਤਦਾ ਆ ਰਿਹਾ ਹਾਂ। Whenever I stand in front of the mirror, I assure myself that I have to win the race, not from others, but from my own self. ਆ ਇੱਕ ਮੇਰਾ ਮਕਸਦ ਹੈ ਤੇ ਸ਼ਾਇਦ ਮੈਂ ਇਸ ਮਕਸਦ ਨੂੰ ਪੂਰਾ ਵੀ ਕਰ ਰਿਹਾ ਤੇ ਕਿਸੇ ਵੀ ਲੈਵਲ ਤੇ ਨੈਗੇਟਿਵ ਹੋਣਾ ਨਾ ਤੇ ਮੇਰੇ ਲਾਈਫ ਵਿੱਚ ਸੀਗਾ ਤੇ ਨਾ ਹੀ ਕਦੀ ਹੋਏਗਾ, ਕਿਉਂਕਿ ਮੈਨੂੰ ਲੱਗਦਾ ਹੈ ਕਿ ਜਦ when people are sleeping and when they don't expect from you, ਉਦੋਂ ਹੀ ਆਪਣਾ ਸਿੱਕਾ ਚਲਾਉਣ ਦਾ ਵਕਤ ਹੁੰਦਾ ਹੈ ਤੇ ਮੈਂ ਵੀ ਆਪਣਾ ਸਿੱਕਾ ਚਲਾਇਆ। ਕਈ ਲਾਈਫ ਵਿੱਚ ਆਪਣੇ ਆਪ ਹੀ ਐਕਸਪੈਰੀਮੈਂਟਸ ਕੀਤੇ, ਪੜ੍ਹਾਈ ਦੇ ਪੱਖੋਂ ਵੀ, ਕਰੀਅਰ ਦੇ ਪੱਖੋਂ ਵੀ, ਤੇ ਹੁਣ ਮੈਂ ਜਿਸ ਕਰੀਅਰ, ਜਿਸ ਮਕਾਮ ਤੇ ਹੈਗਾ ਤੇ ਆਈ ਐਮ ਕੁਆਇਟ ਸੈਟਿਸਫਾਈਡ ਕਿ ਜਿਹੜੀ ਮੈਂ ਚੀਜ਼ ਚਾਹੁੰਦਾ ਸੀਗਾ ਮੈਨੂੰ ਮਿਲ ਗਈ। ਬਹੁਤ ਵਧੀਆ ਡਾਕਟਰ ਖੰਨਾ। ਤੁਸੀਂ ਸਕੂਲਿੰਗ ਦੱਸਿਆ ਕਿ ਸੇਂਟ ਜੋਸਫ ਬੜਾ ਰੈਪਿਊਟਡ ਸਕੂਲ ਹੈ ਜਿੱਥੋਂ ਤੁਹਾਡੀ ਸਕੂਲਿੰਗ ਹੋਈ, ਤਾਂ ਬਟ ਨੈਚੁਰਲ ਤੁਸੀਂ ਉਸ ਤੋਂ ਬਾਅਦ ਕਿਸੇ ਸੀਨੀਅਰ ਸੈਕੰਡਰੀ ਲੈਵਲ ਤੇ ਜਾਂ ਗ੍ਰੈਜੂਏਸ਼ਨ ਲੈਵਲ ਤੇ ਕਿਸ ਸਟਰੀਮ ਦੇ ਵਿੱਚ ਤੁਸੀਂ ਜਾਣਾ ਪ੍ਰੈਫਰ ਕੀਤਾ? ਜੀ ਡਾਕਟਰ ਤੱਗੜ, ਉਸ ਤੋਂ ਬਾਅਦ ਮੈਂ ਗ੍ਰੈਜੂਏਸ਼ਨ ਆਪਣੀ BSc ਮੈਡੀਕਲ ਬੋਟਨੀ, ਜ਼ੂਓਲਜੀ, ਕੈਮਿਸਟਰੀ ਨਾਲ ਕੀਤੀ। ਤੇ ਜਦ ਮੈਂ ਗ੍ਰੈਜੂਏਸ਼ਨ ਦੇ ਦੌਰਾਨ, ਜਦ ਸਾਰੇ ਮੇਰੇ ਕਲਾਸਮੇਟਸ ਡਿਸਾਈਡ ਕਰਕੇ ਬੈਠੇ ਸੀਗੇ ਕਿ ਵੀ ਅਸੀਂ ਸਾਇੰਸ ਵਿਸ਼ਾ ਅੱਗੇ ਕਰਨਾ, ਤੇ ਮੇਰੇ ਦਿਮਾਗ ਵਿੱਚ ਵੀ ਦੋ ਗੱਲਾਂ ਚੱਲ ਰਹੀਆਂ ਸੀਗੀਆਂ ਕਿ ਮੇਰਾ ਹਮੇਸ਼ਾ ਹੀ ਆਰਟਸ ਵੱਲ ਜਾਂ ਹਿਊਮੈਨਿਟੀਜ਼, ਲੈਂਗੁਏਜਿਸ ਵੱਲ ਇਨਕਲੀਨੇਸ਼ਨ ਸੀਗਾ। ਪਰ ਮੈਨੂੰ ਉਸ ਟਾਈਮ ਆ ਗੱਲ ਸਮਝ ਨਹੀਂ ਆ ਰਹੀ ਸੀਗੀ ਕਿ ਮੈਂ ਆਪਣੇ ਪੇਰੈਂਟਸ ਨੂੰ ਕਿਵੇਂ ਇਸ ਗੱਲ ਨੂੰ ਕਨਵਿੰਸ ਕਰਾਵਾਂਗਾ ਕਿ ਮੈਂ ਇੰਗਲਿਸ਼ ਵਿੱਚ ਆਪਣੀ ਮਾਸਟਰਸ ਕਰਨਾ ਚਾਹੁੰਦਾ ਤੇ ਗ੍ਰੈਜੂਏਸ਼ਨ ਮੈਂ ਸਾਇੰਸ ਵਿੱਚ ਕਰ ਰਿਹਾ। ਤੇ ਬਹੁਤ ਡਿਫਿਕਲਟ ਸੀਗਾ। ਜਦ ਮੈਂ ਕੋਈ ਅਖਬਾਰ ਵਿੱਚ ਆਰਟੀਕਲ ਲਿਖਣੇ ਜਾਂ ਕਿਤੇ ਐਸੇ ਰਾਈਟਿੰਗ ਕੰਪੀਟੀਸ਼ਨ 'ਚ ਹਿੱਸਾ ਲੈਣਾ ਜਾਂ ਕਿਸੇ ਕੈਪਸ਼ਨ ਕੰਟੈਸਟ 'ਚ ਮੇਰਾ ਕੈਪਸ਼ਨ ਛਪਣਾ, ਤੇ ਮੈਨੂੰ ਆਹ ਸੈਟਿਸਫੈਕਸ਼ਨ ਸਿਰਫ ਆਪਣੇ ਲੈਵਲ 'ਤੇ ਹੀ ਹੁੰਦੀ ਸੀਗੀ, ਕਿਉਂਕਿ ਪੇਰੈਂਟਸ ਨੂੰ ਮੇਰੇ ਲੱਗਦਾ ਸੀਗਾ ਕਿ ਸ਼ਾਇਦ ਬੈਂਕਿੰਗ ਜਾਂ ਇੰਜੀਨੀਅਰਿੰਗ ਹੀ ਕਰੀਅਰ ਹੁੰਦਾ ਹੈ, ਬਾਕੀ ਸਾਰੇ ਸੈਕੰਡਰੀ ਆਪਸ਼ਨਸ ਹੁੰਦੇ ਆ। ਸੋ ਮੈਂ ਇੱਕ ਚੈਲੰਜ ਦੇ ਤੌਰ 'ਤੇ ਵੀ ਲਾਈਫ ਨੂੰ ਲਿੱਤਾ ਤੇ ਮੈਂ ਹਮੇਸ਼ਾ ਹੀ ਆਹ ਸੋਚਿਆ ਕਿ ਜਿਵੇਂ ਮੈਂ ਪਹਿਲੇ ਵੀ ਗੱਲ ਕਹੀ ਹੈ ਕਿ ਐਕਸਪੈਕਟੇਸ਼ਨਸ ਵਰ ਵੈਰੀ ਲੈਸ। ਸੋ ਐਕਸਪੈਕਟੇਸ਼ਨਸ ਘੱਟ ਹੋਣ ਕਾਰਨ ਇੱਕ ਮੇਰੇ ਵਾਸਤੇ ਸਕੋਪ, ਇੱਕ ਅਰੀਨਾ, ਇੱਕ ਖੁੱਲ੍ਹਾ ਅਖਾੜਾ ਬਹੁਤ ਵੱਡਾ ਸੀਗਾ, ਜਿਹਦੇ 'ਚ ਮੈਂ ਚੰਗੀ ਤਰ੍ਹਾਂ ਆਪਣੇ ਆਪ ਨੂੰ
ਨਿਖਾਰ ਸਕਦਾ ਸੀਗਾ। ਤੇ ਫਿਰ ਆਪਸ਼ਨਸ ਮੇਰੀਆਂ ਸੀਗੀਆਂ, ਚਲੋ ਪੇਰੈਂਟਸ ਤੋਂ ਬੰਦਿਸ਼ ਨਹੀਂ ਰਹੀ ਕਿ ਮੈਂ ਆਪਣੀ ਆਪਸ਼ਨਸ ਨਾ ਚੂਜ਼ ਕਰ ਸਕਾਂ, ਬਟ ਉਹ ਫਿਰ ਵੀ ਕਿਸੇ ਨਾ ਕਿਸੇ ਇਸ ਗੱਲੋਂ ਮਾਯੂਸ ਸੀਗੇ ਕਿ ਵੀ ਮੈਂ ਕਿਉਂ ਨਾ ਸਾਇੰਸ ਵੱਲ ਜਾਂ ਇੰਜੀਨੀਅਰਿੰਗ ਵੱਲ ਜਾਂਦਾ। ਚਲੋ ਬੀਐਸਸੀ ਕਰਨ ਤੋਂ ਬਾਅਦ ਮੈਨੂੰ ਐਮਐਸਸੀ ਆਨਰਸ ਐਂਥਰੋਪੋਲੋਜੀ 'ਚ ਸੀਟ ਮਿਲ ਗਈ ਪੰਜਾਬ ਠੀਕ ਯੂਨੀਵਰਸਿਟੀ ਚੰਡੀਗੜ੍ਹ 'ਚ। ਮੈਂ ਆਪਣੇ ਬੀਐਸਸੀ ਕਲਾਸ ਵਿੱਚੋਂ ਇਕੱਲਾ ਵਿਦਿਆਰਥੀ ਸੀਗਾ ਜਿਹਦੀ ਪੰਜਾਬ ਯੂਨੀਵਰਸਿਟੀ 'ਚ ਸਿਲੈਕਸ਼ਨ ਹੋਈ। ਤੇ ਜਦ ਮੈਂ ਬੀਐਸਸੀ ਆਨਰਸ ਐਂਥਰੋਪੋਲੋਜੀ ਕਰਨ ਗਿਆ, ਤੇ ਐਂਥਰੋਪੋਲੋਜੀ ਇੱਕ ਬਹੁਤ ਹੀ ਰਿਸਰਚ ਓਰੀਐਂਟਡ ਟੌਪਿਕ ਹੈ, ਜਾਂ ਕੋਈ ਜਿਹੜੇ ਬੱਚੇ ਸਿਵਲ ਸਰਵਿਸਿਜ਼ ਦੀ ਤਿਆਰੀ ਕਰਦੇ ਆ ਉਹ ਇਹਨੂੰ ਆਪਟ ਕਰਦੇ ਆ। ਐਂਥਰੋਪੋਲੋਜੀ 'ਚ ਜਾਣ 'ਤੇ ਮੇਰੇ ਕੁਝ ਮਿੱਤਰ, ਚੂँਕਿ ਮੈਂ ਤੁਹਾਨੂੰ ਦੱਸਿਆ ਮੇਰਾ ਇੰਕਲੀਨੇਸ਼ਨ ਹਮੇਸ਼ਾ ਹੀ ਹਿਊਮੈਨਿਟੀਜ਼ ਵੱਲ, ਖਾਸ ਤੌਰ 'ਤੇ ਇੰਗਲਿਸ਼ ਲੈਂਗੁਏਜ ਵੱਲ ਰਿਹਾ। ਕੁਝ ਮੇਰੇ ਫਰੈਂਡਸ ਲਾਇਬ੍ਰੇਰੀ 'ਚੋਂ ਮਿਲੇ ਜਿਹੜੀਆਂ ਮੇਰੀ ਮਨਪਸੰਦ ਦੀਆਂ ਕਿਤਾਬਾਂ ਪੜ੍ਹਦੇ ਸੀਗੇ। ਜਦ ਮੈਂ ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕੀਤੀਆਂ, ਮੇਰੀ ਇੰਟਰੈਕਟਿਵ ਇੱਕ ਬੌਂਡ ਬਣ ਗਿਆ ਉਹਨਾਂ ਨਾਲ। ਤੇ ਹੌਲੀ ਹੌਲੀ ਮੈਨੂੰ ਲੱਗਿਆ ਕਿ ਹੁਣ ਮੈਂ ਯੂਨੀਵਰਸਿਟੀ ਤੇ ਪਹੁੰਚ ਗਿਆ, ਕਿਉਂ ਨਾ ਮੈਂ ਆਪਣਾ ਇੱਕ ਸਟਰੀਮ ਚੇਂਜ ਕਰਾਂ। ਇੱਕ ਮੇਰੇ ਕੋਲ ਚੈਲੰਜ ਵੀ ਸੀਗਾ। ਸੋ ਇੱਕ ਬਹੁਤ ਵੱਡਾ ਲਾਈਫ ਦਾ ਡਿਸੀਜਨ ਲਿੱਤਾ। ਮੈਂ 1 ਸਾਲ ਆਪਣਾ ਐਮਐਸਸੀ ਆਨਰਸ ਦੇ ਪੇਪਰ ਨਾ ਦੇ ਕੇ ਐਮਏ ਇੰਗਲਿਸ਼ ਐਂਟਰੈਂਸ ਵਿੱਚ ਤਿਆਰੀ ਕਰਕੇ ਪੇਪਰ ਦੇ ਕੇ ਉਹ ਸਾਲ ਆਪਣਾ ਛੱਡ ਕੇ ਐਮਏ ਇੰਗਲਿਸ਼ ਵਿੱਚ ਐਡਮਿਸ਼ਨ ਲੈ ਲਈ। ਘਰ ਵਿੱਚ ਬਹੁਤ ਜ਼ਿਆਦਾ ਇਸ ਚੀਜ਼ ਦਾ ਵਿਰੋਧ ਵੀ ਹੋਇਆ। ਆ ਵੀ ਗੱਲ ਕਹੀ ਗਈ ਕਿ ਵੀ ਇਹਨੂੰ ਕਰਕੇ ਕੀ ਕਰੇਗਾ, ਇੰਗਲਿਸ਼ ਤਾਂ ਸ਼ਾਇਦ ਮੈਟਰੀਮੋਨੀਅਲ ਪਰਪਸ ਵਾਸਤੇ ਕੀਤੀ ਜਾਂਦੀ ਹੈ, ਇੰਗਲਿਸ਼ ਕਰਕੇ ਕੀ ਕਰੇਗਾ। ਇੰਗਲਿਸ਼ ਐਮਏ ਅੱਜ ਤੱਕ ਆਪਣੇ ਪਰਿਵਾਰ 'ਚ ਕਿਸੇ ਨੇ ਨਹੀਂ ਕੀਤੀ, ਪਰ ਮੈਂ ਐਮਏ ਇੰਗਲਿਸ਼ ਵਿੱਚ ਚਲਾ ਗਿਆ। ਤੇ ਐਮਏ ਇੰਗਲਿਸ਼ ਵਿੱਚ ਜਾਣ ਤੋਂ ਬਾਅਦ ਸ਼ਾਇਦ ਮੇਰਾ ਲਾਈਫ ਦਾ ਪਹਿਲਾ ਪੜਾਅ, ਜੋ ਕਿ ਇੱਕ ਮੇਰੀ ਜ਼ਿੰਦਗੀ ਦੀ ਇੱਕ ਇੱਛਾ ਸੀਗੀ, ਉਹ ਪੂਰੀ ਹੋਈ। ਤੇ ਉਸ ਤੋਂ ਬਾਅਦ ਮੇਰੀ ਲਾਈਫ ਨੇ ਇੱਕ ਨਵਾਂ ਰਾਹ ਫੜ ਲਿਆ। ਉਸ ਤੋਂ ਬਾਅਦ ਮੇਰਾ ਇੱਕ ਟਾਰਗੇਟ ਸੀ ਕਿ ਮੈਂ ਐਮਏ ਇੰਗਲਿਸ਼ ਵਿੱਚ ਜਾਂ ਤਾਂ ਜਰਨਲਿਜ਼ਮ ਵਿੱਚ ਜਾਵਾਂਗਾ ਜਾਂ ਫਿਰ ਯੂਜੀਸੀ ਨੈਟ ਕਲੀਅਰ ਕਰਕੇ ਟੀਚਿੰਗ ਵਿੱਚ ਜਾਵਾਂਗਾ। ਇਸ ਦੌਰਾਨ ਡਾਕਟਰ ਹਰਪ੍ਰੀਤ ਪਰੂਥੀ ਇੱਕ ਬਹੁਤ ਹੀ ਫੇਮਸ ਇੰਗਲਿਸ਼ ਦੇ ਪ੍ਰੋਫੈਸਰ ਹੈਗੇ ਜੋ ਸਾਡੇ ਟੀਚਰ ਸੀਗੇ, ਉਹ ਸਾਨੂੰ ਸ਼ੇਕਸਪੀਅਰ ਆਪਸ਼ਨ ਪੜ੍ਹਾਉਂਦੇ ਸੀਗੇ। ਤੇ ਜਦ ਉਹਨਾਂ ਨੇ ਮੇਰੇ ਨਾਲ 2-3 ਵਾਰੀ ਇੰਟਰੈਕਸ਼ਨ ਕੀਤੀ, ਮੈਂ ਕੁਝ ਸੈਮੀਨਾਰਸ ਪ੍ਰੈਜ਼ੈਂਟ ਕੀਤੇ, ਤੇ ਉਹਨਾਂ ਨੇ ਮੈਨੂੰ ਆਪਣੇ ਆਫਿਸ 'ਚ ਬੁਲਾਇਆ ਤੇ ਮੇਰੇ ਨਾਲ ਅੱਧਾ ਘੰਟਾ ਬਹੁਤ ਜ਼ਿਆਦਾ ਲਾਈਫ ਤੇ ਡਿਸਕਸ਼ਨਸ ਕੀਤੀਆਂ। ਉਹਦੇ ਲਾਈਫ ਦਾ ਏਮ ਕੀ ਹੈ। ਮੈਂ ਕਿਹਾ ਪ੍ਰੋਫੈਸਰ ਮੈਂ ਤੇ ਜਾਂ ਫਿਰ ਟੀਚਿੰਗ ਕਰੀਅਰ 'ਚ ਜਾਵਾਂਗਾ ਔਰ ਆਈ ਵਿਲ ਗੋ ਫॉर ਜਰਨਲਿਜ਼ਮ। ਫਿਰ ਉਹਨਾਂ ਨੇ ਮੈਨੂੰ ਲਾਈਫ ਦਾ ਇੱਕ ਬਹੁਤ ਹੀ ਇੰਪੋਰਟੈਂਟ ਰਾਹ ਵੀ ਦਿਖਾਇਆ। ਉਹਦੇ 2 ਕਿਸ਼ਤੀਆਂ 'ਚ ਨਹੀਂ ਤੁਰਨਾ ਆਪਾਂ, ਕੋਈ ਇੱਕ ਕਰੀਅਰ ਚੂਜ਼ ਕਰੋ। ਯੂ ਹੈਵ ਟੂ ਡਿਸਾਈਡ ਐਂਡ ਯੂ ਹੈਵ ਟੂ ਵਰਕ ਔਨ ਇਟ ਸਿੰਗਲ ਮਾਈਂਡਡਲੀ। ਫਿਰ ਮੈਂ ਕਿਹਾ ਜੀ ਮੈਂ ਜਰਨਲਿਜ਼ਮ ਵਿੱਚ ਜਾਣਾ ਚਾਹਾਂਗਾ ਕਿ ਮੈਂ ਅਖਬਾਰ ਦੇ ਆਰਟੀਕਲਸ ਲਿਖ ਲੈਣਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਟ ਇਜ਼ ਕੁਆਇਟ ਅ ਚੈਲੰਜਿੰਗ ਕਰੀਅਰ, ਕਿ ਜੇ ਮੈਂ ਤੈਨੂੰ ਕਹਾਂ ਕਿ ਮੈਂ ਤੇਰੇ 'ਚ ਜੋ ਖੂਬੀ ਦੇਖੀ ਹੈ, ਯੂ ਹੈਵ ਗੋਟ ਗੁੱਡ ਟੀਚਿੰਗ ਐਬਿਲਿਟੀ, ਵਾਈ ਡੋਂਟ ਯੂ ਆਪਟ ਫॉर ਟੀਚਿੰਗ। ਤੇ ਬੋਲਦੇ ਜੇ ਮੇਰੀ ਸਲਾਹ ਮੰਨੇਗਾ ਤੇ ਤੂੰ ਟੀਚਿੰਗ ਵਿੱਚ ਚਲਾ ਜਾ ਤੇ ਆਪਣਾ ਯੂਜੀਸੀ ਨੈਟ ਦੀ ਉਹਦੀ ਤਿਆਰੀ ਕਰ। ਤੇ ਫਿਰ ਮੈਂ ਮੈਡਮ ਦੀ, ਆਪਣੇ ਗੁਰੂ ਦੀ ਗੱਲ ਮੰਨੀ ਤੇ ਮੈਂ ਯੂਜੀਸੀ ਨੈਟ ਦੀ ਤਿਆਰੀ ਕਰਨ ਲੱਗ ਪਿਆ। ਤੇ ਆਈ ਕਲੀਅਰਡ ਮਾਈ ਯੂਜੀਸੀ ਨੈਟ ਦੇਰ ਇਨ ਈਅਰ 2004। 2003 ਵਿੱਚ ਮੈਂ ਆਪਣੀ ਐਮਏ ਪੂਰੀ ਕਰਦਾ ਤੇ ਨਾਲ ਹੀ ਮੈਂ ਯੂਜੀਸੀ ਨੈਟ ਦਾ ਪੇਪਰ ਦਿੱਤਾ, ਜਿਹਦਾ ਰਿਜ਼ਲਟ ਆਇਆ 2004 ਵਿੱਚ ਤੇ ਮੈਂ ਕਲੀਅਰ ਕਰ ਗਿਆ। 2005 ਵਿੱਚ ਮੈਂ ਦੁਬਾਰਾ ਯੂਜੀਸੀ ਨੈਟ ਕਲੀਅਰ ਕੀਤਾ। ਸੋ ਇਸ ਤਰ੍ਹਾਂ ਮੈਂ ਆਪਣਾ ਇੱਕ ਕਰੀਅਰ ਸ਼ੁਰੂ ਕਰਤਾ ਟੀਚਿੰਗ ਆਫ ਇੰਗਲਿਸ਼। ਪਰ ਟੀਚਿੰਗ ਆਫ ਇੰਗਲਿਸ਼ ਜਦ ਮੈਂ ਆਰਐਸਡੀ ਕਾਲਜ ਫਿਰੋਜ਼ਪੁਰ ਵਿੱਚ ਪਹਿਲੀ ਵਾਰੀ ਐਡਹੌਕ ਤੇ ਹੀ ਜੌਬ ਸ਼ੁਰੂ ਕੀਤੀ, ਤੇ ਉਦੋਂ ਮੈਨੂੰ ਲੱਗਿਆ ਕਿ ਸ਼ਾਇਦ ਮੈਂ ਆਪਣੇ ਟੀਚਿੰਗ ਕਰੀਅਰ ਵੱਲ ਸਹੀ ਤਰ੍ਹਾਂ ਜਾ ਰਿਹਾ। ਪਰ ਲਾਈਫ ਦੇ ਕੁਝ ਇਹੋ ਜਿਹੇ ਮੌਕੇ, ਕੁਝ ਇਹੋ ਜਿਹੇ ਮੋੜ ਆਉਂਦੇ ਆ। ਆਈ ਲੋਸਟ ਮਾਈ ਐਲਡਰ ਬ੍ਰਦਰ, ਜਿਹਦੀ ਹਾਲਾਂਕਿ ਮੈਂ ਸ਼ੈਡੋ ਵਿੱਚ ਅੱਜ ਤੱਕ ਇਨਫਲੂਐਂਸ ਸੀਗਾ ਤੇ ਮੈਨੂੰ ਕਿਸੇ ਨੇ ਪਛਾਣਿਆ ਨਹੀਂ ਸੀਗਾ। ਮੈਂ ਆਪਣੇ ਬਹੁਤ ਹੀ ਇੱਕ ਕਰੀਬੀ ਮਿੱਤਰ ਤੇ ਆਪਣੇ ਹੀ ਬਹੁਤ ਅਜ਼ੀਜ਼ ਘਰ ਦੇ ਇੱਕ ਜੀ ਨੂੰ ਖੋਹ ਲਿਆ। ਤੇ ਜਦ ਉਹ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਤੇ ਮੇਰੇ ਤੇ ਕਈ ਤਰ੍ਹਾਂ ਦੀ ਰਿਸਪੌਂਸਿਬਿਲਿਟੀਜ਼ ਆ ਗਈਆਂ। ਫਿਰ ਆਈ ਆਪਟਡ ਫॉर, ਜਿਸ ਸਕੂਲ ਨੇ ਮੈਨੂੰ ਸਾਰਾ ਕੁਝ ਦਿੱਤਾ ਸੀਗਾ, ਉਸੇ ਸਕੂਲ ਸੇਂਟ ਜੋਸਫਸ 'ਚ ਮੈਂ ਪੜ੍ਹਾਉਣ ਲੱਗ ਪਿਆ। ਤੇ ਇੱਕ ਕਾਲਜ ਕੈਡਰ ਨੂੰ ਮੈਂ ਛੱਡ ਕੇ ਸਕੂਲ ਕੈਡਰ ਵੱਲ ਆ ਗਿਆ। ਮਜਬੂਰੀ ਕੁਝ ਮੈਨੂੰ ਇਸ ਤਰ੍ਹਾਂ ਲਿਆਈ। ਤੇ ਸਕੂਲ ਕੈਡਰ ਵਿੱਚ ਮੈਂ 3 ਸਾਲ ਸੇਂਟ ਜੋਸਫਸ ਵਿੱਚ ਬਹੁਤ ਹੀ ਰਿਸਪੈਕਟ ਵੀ ਖੱਟੀ ਤੇ ਬੜੇ ਹੀ ਟੀਚਰਸ ਤੇ ਬੜੇ ਹੀ ਆਪਣੇ ਟੀਚਰਸ ਨਾਲ ਵੀ ਪੜ੍ਹਾਇਆ ਤੇ ਕੁਝ ਇਹੋ ਜਿਹੇ ਸਟੂਡੈਂਟਸ ਨਾਲ ਵੀ ਪੜ੍ਹਾਇਆ ਜੋ ਕਿ ਅੱਜ ਅੱਛੇ ਅਹੁਦਿਆਂ ਤੇ ਹੈ, ਤੇ ਸ਼ਾਇਦ ਕਿਸੇ ਹੱਦ ਤੱਕ ਮੇਰੀ ਵੀ ਕੰਟਰੀਬਿਊਸ਼ਨ ਉਹਨਾਂ ਦੇ ਕਰੀਅਰ 'ਚ ਰਹੀ। 3 ਸਾਲਾਂ ਬਾਅਦ ਮੈਨੂੰ ਉਸੇ ਸਕੂਲ ਦੇ ਪ੍ਰਿੰਸੀਪਲ ਨੇ ਉਸੇ ਤਰ੍ਹਾਂ ਦਾ ਇੱਕ ਯੋਗਦਾਨ, ਉਸੇ ਤਰ੍ਹਾਂ ਦਾ ਇੱਕ ਰੋਲ ਅਦਾ ਕੀਤਾ ਜਿਵੇਂ ਪ੍ਰੋਫੈਸਰ ਹਰਪ੍ਰੀਤ ਪਰੂਥੀ ਨੇ ਕੀਤਾ ਸੀਗਾ। ਉਹਨਾਂ ਨੇ ਕਿਹਾ ਕਿ ਵੀ ਤੇਰੀ ਜਗ੍ਹਾ ਬੇਟੇ ਤੂੰ 3 ਸਾਲ ਸਾਨੂੰ ਦਿੱਤੇ ਆ, ਬਟ ਤੇਰੀ ਜਗ੍ਹਾ ਇਸ ਤੋਂ ਵੱਡੇ ਪੱਧਰ ਤੇ ਹੈ। why don't you go for college teaching again? Now the things are quite normal at your home.
ਤੁਹਾਨੂੰ ਚੇਂਜ ਕਰ ਲੈਣਾ ਚਾਹੀਦਾ ਕਰੀਅਰ। ਤੇ ਫਿਰ ਮੈਂ ਰਿਆਤ ਐਂਡ ਬਾਰਾ ਰੋਪੜ ਵਿੱਚ ਕਮਿਊਨੀਕੇਸ਼ਨ ਸਕਿੱਲਸ ਦਾ ਲੈਕਚਰਰ, ਉਸ ਟਾਈਮ ਹੁਣ ਅਸਿਸਟੈਂਟ ਪ੍ਰੋਫੈਸਰ ਹੈ, ਉਦੋਂ ਲੈਕਚਰਰ ਕਹਿੰਦੇ ਸੀਗੇ। ਤੇ 2007 ਵਿੱਚ 3 ਸਾਲ ਮੈਂ ਉੱਥੇ ਨੌਕਰੀ ਕਰਨ ਤੋਂ ਬਾਅਦ 2007 ਵਿੱਚ ਮੈਂ ਰਿਆਤ ਐਂਡ ਬਾਰਾ ਤੋਂ ਫਿਰ ਤੋਂ ਆਪਣਾ ਟੀਚਿੰਗ ਕਰੀਅਰ ਸ਼ੁਰੂ ਕੀਤਾ। 5 ਸਾਲ ਮੈਂ ਇੰਜੀਨੀਅਰਿੰਗ ਕਾਲਜਿਸ 'ਚ ਕਮਿਊਨੀਕੇਸ਼ਨ ਸਕਿੱਲਸ ਐਂਡ ਪਰਸਨੈਲਿਟੀ ਡਿਵੈਲਪਮੈਂਟ ਪੜ੍ਹਾਇਆ। ਬੱਚਿਆਂ ਦੀ ਪਰਸਨੈਲਿਟੀ ਤੋਂ ਇਲਾਵਾ ਆਪਣੀ ਪਰਸਨੈਲਿਟੀ ਵੀ ਨਿਖਾਰਨ ਦਾ ਬਹੁਤ ਵਧੀਆ ਇੱਕ ਮੌਕਾ ਹੈ ਪ੍ਰੋਫੈਸ਼ਨਲ ਕਾਲਜ। ਉਸ ਪ੍ਰੋਫੈਸ਼ਨਲ ਕਾਲਜ 'ਚ ਜਿਵੇਂ ਜਿਵੇਂ ਬੱਚੇ ਕੈਂਪਸ ਪਲੇਸਮੈਂਟ ਵੱਲ ਜਾਂਦੇ ਹੈ, ਉਹ ਕੈਂਪਸ ਪਲੇਸਮੈਂਟ ਵਾਸਤੇ ਮੈਂ ਉਹਨਾਂ ਨੂੰ ਤਿਆਰ ਕਰਦਾ ਸੀਗਾ। ਮੈਂ ਟ੍ਰੇਨਿੰਗ ਐਂਡ ਪਲੇਸਮੈਂਟ ਸੈੱਲ 'ਚ ਕਮਿਊਨੀਕੇਸ਼ਨ ਸਕਿੱਲਸ, ਸੌਫਟ ਸਕਿੱਲਸ ਦੇ ਉਹਨਾਂ ਨੂੰ ਲੈਕਚਰ ਦਿਆ ਕਰਦਾ ਸੀਗਾ। ਕਈ ਬੱਚੇ ਅੱਛੀਆਂ ਅੱਛੀਆਂ ਕੰਪਨੀਜ਼ ਵਿੱਚ ਪਲੇਸ ਹੋ ਗਏ। 5 ਸਾਲਾਂ ਤੋਂ ਬਾਅਦ ਫਿਰ ਮੈਨੂੰ ਮੌਕਾ ਮਿਲਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਜਦ ਜੋਬ ਮੈਂ ਆਪਟ ਕੀਤੀ 2011 ਵਿੱਚ ਮੈਨੂੰ ਇੱਥੇ ਪਰਮਾਨੈਂਟ ਮੇਰੀ ਅਪਾਇੰਟਮੈਂਟ ਹੋ ਗਈ। 2011 ਤੋਂ ਲੈ ਕੇ ਹੁਣ ਤੱਕ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸੇਵਾ ਨਿਭਾ ਰਿਹਾ ਅਤੇ ਬਹੁਤ ਹੀ ਵਧੀਆ ਪਰਮਾਤਮਾ ਦੀ ਕਿਰਪਾ ਹੈ, ਬਹੁਤ ਅੱਛਾ ਟਾਈਮ ਸਪੈਂਡ ਕਰ ਰਹੇ ਹਾਂ। ਲਿਟਰੇਚਰ, ਲਿੰਗੁਇਸਟਿਕਸ, ਫੋਨੈਟਿਕਸ, ਜਿਹੜੇ ਜਿਹੜੇ ਸਬਜੈਕਟਸ ਮੈਨੂੰ ਬਹੁਤ ਅੱਛੇ ਲੱਗਦੇ ਸੀਗੇ, ਡਿਫਰੈਂਟ ਸ਼ੇਡਸ, ਡਿਫਰੈਂਟ ਕਲਰਸ ਲਾਈਫ ਵਿੱਚ ਆਉਂਦੇ ਗਏ। ਕਈ ਸਟੂਡੈਂਟਸ ਇੱਥੇ ਵੀ ਆਉਂਦੇ ਗਏ, ਕਈ ਬੱਚੇ ਮੇਰੇ ਤੋਂ ਪੜ੍ਹ ਕੇ ਗਏ, ਹੁਣ ਮੇਰੇ ਨਾਲ ਪੜ੍ਹਾਉਣ ਵੀ ਲੱਗ ਗਏ। ਸੋ ਇੱਕ ਬਹੁਤ ਹੀ ਅੱਛਾ ਮੇਲ, ਬਹੁਤ ਹੀ ਅੱਛਾ ਤਾਲਮੇਲ। ਤੁਹਾਡੇ ਵਰਗੇ ਕਈ ਸਹਿਕਰਮੀ ਵੀ ਨਾਲ ਜੁੜੇ, ਕਈ ਐਕਸਪੀਰੀਅੰਸ ਚੈਂਡ ਵੀ ਮਿਲੇ, ਉਹਨਾਂ ਨੇ ਵੀ ਬਹੁਤ ਗਾਈਡ ਕੀਤਾ। ਸੋ ਲਾਈਫ ਵਿੱਚ ਸਿੱਖਦੇ ਜਾ ਰਹੇ ਹਾਂ। ਐਵਰੀ ਡੇ ਇਜ਼ ਅ ਲਰਨਿੰਗ ਫੇਜ਼। ਆਈ ਐਮ ਲਰਨਿੰਗ ਡੇ ਬਾਈ ਡੇ, ਐਵਰੀ ਸੈਕਿੰਡ, ਐਵਰੀ ਆਰ। ਡਾਕਟਰ ਖੰਨਾ, ਬੜੀ ਖੂਬਸੂਰਤੀ ਨਾਲ ਤੁਸੀਂ ਇਹ ਸਾਰਾ ਸਫ਼ਰ ਜਿਹੜਾ ਹੈ ਇੱਕ ਫਿਲਮ ਵਾਂਗ ਸਾਨੂੰ ਸਾਰਿਆਂ ਨੂੰ ਦਿਖਾ ਗਏ। ਔਰ ਖੂਬਸੂਰਤ ਗੱਲ ਮੈਨੂੰ ਇਹ ਲੱਗੀ ਕਿ ਤੁਸੀਂ ਜਿਸ ਸਕੂਲ ਦੇ ਵਿੱਚੋਂ ਪੜ੍ਹੇ ਸੀ, ਉਸ ਸਕੂਲ ਨੂੰ ਵੀ ਤੁਸੀਂ 3 ਸਾਲ ਦਿੱਤੇ, ਜੀ ਜੀ ਸਰ। ਉੱਥੇ ਸੇਵਾ ਕੀਤੀ। ਔਰ ਜਿਸ ਕਾਲਜ ਦੇ ਵਿੱਚੋਂ ਮੇਰੇ ਖਿਆਲ ਤੁਸੀਂ RSD ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਸੀ, ਤਾਂ RSD ਕਾਲਜ ਨੂੰ ਵੀ ਤੁਸੀਂ ਆਪਣਾ ਕੰਟਰੀਬਿਊਟ ਜੀ ਕੀਤਾ। ਜੀ ਸਰ। ਤੇ ਇਹ ਸਭ ਤੋਂ ਖੂਬਸੂਰਤ ਮੌਕਾ ਹੁੰਦਾ ਹੈ ਕਿਸੇ ਵਿਅਕਤੀ ਲਈ ਕਿ ਜਿਸ ਸੰਸਥਾ ਦੇ ਵਿੱਚੋਂ ਉਹ ਪੜ੍ਹ ਕੇ ਅੱਗੇ ਗਿਆ, ਉਸੇ ਸੰਸਥਾ ਦੇ ਵਿੱਚ ਇੱਕ ਅਧਿਆਪਕ ਦੇ ਤੌਰ ਤੇ, ਇੱਕ ਪ੍ਰੋਫੈਸਰ ਦੇ ਤੌਰ ਤੇ ਤੁਸੀਂ ਸੇਵਾ ਨਿਭਾਈ। ਮੈਂ ਤੁਹਾਡੇ ਤੋਂ ਇਹ ਜਾਣਨਾ ਪਹਿਲੇ ਚਾਹਾਂਗਾ ਕਿ ਡਾਕਟਰ ਮੈਂ ਇੱਥੇ ਕਹਿਣਾ ਚਾਹਾਂਗਾ ਕਿ ਵੀ ਫॉर RSD ਕਾਲਜ ਤੇ ਸੇਂਟ ਜੋਸਫਸ ਕਈ ਵਾਰ ਨਾ ਲਾਈਫ ਵਿੱਚ ਬੰਦੇ ਨੂੰ ਮੌਕੇ ਮਿਲਦੇ ਹੈ ਇੰਟਰਵਿਊ ਦੇਣ ਦੇ, ਬਟ ਆ ਕੁਝ ਮੇਰੇ ਆਪਣੇ ਹੀ ਟੀਚਰ ਸੀਗੇ ਜਿੱਥੇ ਮੈਂ ਪੜ੍ਹਾ ਕੇ ਗਿਆ। ਲਾਈਫ ਦਾ ਦੇਖੋ, ਟੀਚਰਸ ਤੁਹਾਨੂੰ ਕਿਵੇਂ ਟਰੇਸ ਕਰਦੇ। ਫॉर RSD ਕਾਲਜ ਵੀ ਮੇਰੇ ਟੀਚਰਸ ਨੇ ਮੈਨੂੰ ਟਰੇਸ ਕੀਤਾ ਤੇ ਜੀ ਇੰਟਰਵਿਊ ਤੋਂ ਪਹਿਲੇ ਮੈਨੂੰ ਗੱਲ ਪਹੁੰਚਾਈ ਕਿ ਵੀ ਤੇਰੀ ਬਈ MA ਪੂਰੀ ਹੋ ਗਈ ਹੈ। ਮੈਂ ਕਿਹਾ ਜੀ ਰਿਜ਼ਲਟ ਵੇਟਡ ਹੈ। ਉਹਦੇ RSD ਕਾਲਜ ਵਿੱਚ ਕੱਲ ਇੰਟਰਵਿਊ ਹੈ, ਦੇ ਆਈ। ਤੇ ਮੈਂ ਉੱਥੇ ਇੰਟਰਵਿਊ ਖੈਰ ਕਰੈਕ ਵੀ ਕੀਤੀ, ਬਟ ਮੇਰੇ ਟੀਚਰਸ ਹੀ ਕਿਸੇ ਲੈਵਲ ਤੇ ਮੈਨੂੰ ਸਪੋਰਟ ਕਰਨਾ ਚਾਹੁੰਦੇ ਸੀਗੇ। ਉਹ ਚਾਹੁੰਦੇ ਸੀਗੇ ਕਿ ਮੈਂ ਕਿਸੇ ਲੈਵਲ ਤੇ ਆ ਕੇ ਪੜ੍ਹਾਵਾਂ। ਤੇ ਐਸੇ ਤਰ੍ਹਾਂ ਕਨਵੈਂਟ ਸਕੂਲ 'ਚ ਵੀ ਹੋਇਆ। ਤੇ ਜਿਵੇਂ ਜਿਵੇਂ ਗੱਲ ਪਤਾ ਲੱਗੀ ਕਿ ਮੈਂ ਆਪਣਾ ਨੈਟ ਕਲੀਅਰ ਕਰ ਲਿਆ, ਮੈਨੂੰ ਪ੍ਰਿੰਸੀਪਲ ਨੇ ਅਪਰੋਚ ਕੀਤਾ। ਸੋ ਕਿਸੇ ਲੈਵਲ ਤੇ ਮੈਂ ਕਹਾਂਗਾ ਕਿ ਵੀ ਲਾਈਫ ਨੇ ਨਾ ਇੱਕ ਪੋਜ਼ਿਟਿਵ ਮੋਡ ਵੀ ਲਿੱਤਾ ਕਿ ਲਾਈਫ ਵਿੱਚ ਬਹੁਤ ਇੱਕ ਪੋਜ਼ਿਟਿਵਿਟੀ ਆਈ ਕਿ ਜਦ ਤੁਸੀਂ ਕਿਸੇ ਲੈਵਲ ਤੇ ਆਪਣੇ ਆਪ ਨੂੰ ਫੀਲ ਕਰਦੇ ਹੋ ਕਿ ਵੀ ਇਟ ਇਜ਼ ਅ ਲਾਈਫ ਫੁੱਲ ਆਫ ਸਟਰਗਲਸ, ਤੇ ਕੋਈ ਨਾ ਕੋਈ ਆ ਕੇ ਤੁਹਾਡੀ ਬਾਂਹ ਵੀ ਫੜਦਾ ਹੈ। ਤੇ ਉਹ ਬਾਂਹ ਫੜਨ ਦਾ ਕੰਮ ਪ੍ਰਿੰਸੀਪਲ ਅਮਰੀਕ ਅਰੋੜਾ ਨੇ, ਸ਼੍ਰੀ ਅਮਰੀਕ ਅਰੋੜਾ, ਜੋ RSD ਕਾਲਜ ਦੇ ਹੁਣ ਇਸ ਦੁਨੀਆ 'ਚ ਨਹੀਂ ਰਹੇ, ਪੰਜਾਬੀ ਦੇ ਬਹੁਤ ਹੀ ਵਧੀਆ ਗੁਣੀ ਇਨਸਾਨ ਸੀ। ਕਿ ਉਹਨਾਂ ਨੇ ਮੈਨੂੰ RSD ਕਾਲਜ ਵਿੱਚ ਟਰੇਸ ਕੀਤਾ। ਤੇ ਇਸੇ ਤਰ੍ਹਾਂ ਸਿਸਟਰ ਪ੍ਰੀਮਾ, ਜੋ ਸੇਂਟ ਜੋਸਫ ਕਨਵੈਂਟ ਸਕੂਲ ਦੀ ਪ੍ਰਿੰਸੀਪਲ ਸੀ, ਉਹਨਾਂ ਨੂੰ ਮੈਂ ਪਹਿਲੇ ਨਹੀਂ ਜਾਣਦਾ ਸੀਗਾ, ਬਟ ਜਿਵੇਂ ਜਿਵੇਂ ਉਹਨਾਂ ਨੇ ਮੇਰਾ ਇੱਕ ਪ੍ਰੋਫਾਈਲ ਮੇਰੇ ਟੀਚਰਸ ਤੋਂ ਚੈੱਕ ਕੀਤਾ ਤੇ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ। ਕੋਈ ਉਸ ਟਾਈਮ ਬਹੁਤੇ ਸੈੱਲਫੋਨ ਵਗੈਰਾ ਵਾਲਾ ਤੇ ਕਲਚਰ ਨਹੀਂ ਸੀਗਾ। ਜਿਵੇਂ ਜਿਵੇਂ ਉਹਨਾਂ ਨੇ ਮੈਨੂੰ ਟਰੇਸ ਕੀਤਾ, ਮੇਰੇ ਇੱਕ ਦੋਸਤ ਦੇ ਰਾਹੀਂ ਮੈਸੇਜ ਭੇਜਿਆ ਜੋ ਮੇਰਾ ਕਲਾਸਮੇਟ ਸੀਗਾ, ਤੇ ਮੈਂ ਉਹਨਾਂ ਨੂੰ ਮਿਲਣ ਗਿਆ। ਤੇ ਬਸ 10 ਮਿੰਟ ਦੀ ਇੰਟਰੈਕਸ਼ਨ ਤੋਂ ਬਾਅਦ ਮੈਂ ਲਾਈਫ ਦੇ ਆਪਣੇ 3 ਸਾਲ ਬਖੂਬੀ ਨਿਭਾਏ। ਵਾਹ, ਬਹੁਤ ਅੱਛਾ। ਡਾਕਟਰ ਖੰਨਾ, ਇਸ ਦੌਰਾਨ ਵੀ ਤੁਸੀਂ ਕੁਝ ਜਿਹੜਾ ਲੀਹ ਤੋਂ ਹਟ ਕੇ, ਜਿਹੜਾ ਸ਼ਾਇਦ ਤੁਹਾਡੇ ਪੇਰੈਂਟਸ ਨੂੰ ਵੀ ਨਹੀਂ ਪਤਾ ਸੀ, ਤੁਸੀਂ ਕੁਝ ਜੌਬਸ ਵੀ ਕੀਤੀਆਂ ਇਸ ਦੌਰਾਨ, ਪੜ੍ਹਾਈ ਦੇ ਦੌਰਾਨ। ਉਹਦੇ ਬਾਰੇ ਵਿੱਚ ਜ਼ਰੂਰ ਦੱਸੋ ਕਿ ਕਿਸ ਤਰ੍ਹਾਂ ਟਰਨਿੰਗ ਪੁਆਇੰਟ ਬੰਦੇ 'ਚ ਆਉਂਦੇ ਆ ਤੇ ਕਿਵੇਂ ਬੰਦਾ ਉਹਨਾਂ ਟਰਨਿੰਗ ਪੁਆਇੰਟਸ ਦੇ ਵਿੱਚੋਂ ਬਹੁਤ ਕੁਝ ਸਿੱਖਦਾ। ਔਰ ਹਾਂਜੀ ਤੁਹਾਡੀ ਖਾਸੀਅਤ, ਥੋੜੀ ਖੂਬਸੂਰਤੀ ਇਹ ਹੈ ਕਿ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਵੀ ਲੀਹਾਂ ਤੋਂ ਹਟ ਕੇ ਆਪਣੇ ਜੀ ਮੁਤਾਬਕ, ਆਪਣੀ ਬੁੱਧੀ ਮੁਤਾਬਕ, ਆਪਣੀ ਬੁੱਧੀ ਦੀ ਤੀਬਰਤਾ ਮੁਤਾਬਕ ਮੁਕਾਮ ਹਾਸਲ ਕੀਤੇ ਔਰ ਕਾਮਯਾਬ ਇਨਸਾਨ।
ਉਹ ਵੀ ਸਾਨੂੰ ਜਿਹੜੇ ਤੁਹਾਡੇ ਤਜਰਬੇ ਨੇ ਉਹਨਾਂ ਬਾਰੇ ਜ਼ਰੂਰ ਸਾਨੂੰ ਦੱਸੋ ਕਿ ਕਿਸ ਤਰ੍ਹਾਂ ਤੁਸੀਂ ਕੁਝ ਜੌਬਸ ਵੀ ਕੀਤੀਆਂ, ਉਹ ਕਿਸ ਤਰ੍ਹਾਂ ਦੀਆਂ ਰਹੀਆਂ ਤੇ ਕੀ ਪ੍ਰੇਰਣਾ ਮਿਲੀ ਉਹਨਾਂ 'ਚੋਂ। ਹਾਂਜੀ ਜੀ ਡਾਕਟਰ ਸਾਹਿਬ, ਜਦ MSc ਆਨਰਸ ਐਂਥਰੋਪੋਲੋਜੀ 'ਚ ਜਿਵੇਂ ਮੈਂ ਦੱਸਿਆ ਸਾਲ 2000-2001 'ਚ ਜਦ ਮੇਰੀ ਐਡਮਿਸ਼ਨ ਹੋਈ, ਤੇ ਜਦ ਮੈਂ ਆ ਫੈਸਲਾ ਕੀਤਾ ਕਿ ਵੀ ਮੈਂ MSc ਆਨਰਸ, ਕਿਉਂਕਿ ਇੱਕ ਰਿਸਰਚ ਓਰੀਐਂਟਡ ਸਬਜੈਕਟ ਸੀਗਾ ਤੇ ਮੈਂ MA ਇੰਗਲਿਸ਼ ਲਿਟਰੇਚਰ 'ਚ ਕਰਨਾ ਚਾਹੁੰਦਾ ਸੀਗਾ, ਤੇ ਮੈਂ ਜਦੋਂ ਗੈਪ ਪੈ ਗਿਆ ਵਿੱਚ, ਤੇ ਗੈਪ ਵਿੱਚ ਮੈਨੂੰ ਪੇਰੈਂਟਸ ਨੂੰ ਕਨਵਿੰਸ ਕਰਾਉਣਾ ਬਹੁਤ ਔਖਾ ਸੀਗਾ। ਤੇ ਕਿਉਂਕਿ ਮੇਰੀ ਇੰਗਲਿਸ਼ ਦੀ ਇੰਟਰੈਕਟਿਵ ਸਕਿੱਲਸ ਸ਼ੁਰੂ ਤੋਂ ਪ੍ਰਮਾਤਮਾ ਦੀ ਕਿਰਪਾ ਸੀਗੀ, ਮੇਰੇ ਟੀਚਰਸ ਦਾ ਆਸ਼ੀਰਵਾਦ ਸੀਗਾ, ਵਧੀਆ ਸੀ। ਤੇ ਮੈਂ ਸਿਪਲਾ ਫਾਰਮਾਸਿਊਟੀਕਲ ਕੰਪਨੀ 'ਚ ਜਾ ਕੇ ਚੰਡੀਗੜ੍ਹ 'ਚ ਇੱਕ ਇੰਟਰਵਿਊ ਦੇ ਆਇਆ, ਤੇ ਜਿਵੇਂ ਵੀ ਮੈਨੂੰ ਸਮਝ ਲੱਗਾ ਮੈਂ ਉੱਥੇ ਆ ਕੇ ਕੁਝ ਮੇਰੀ ਬਾਇਓਲੋਜੀ ਦੀ ਨੌਲੇਜ ਸੀਗੀ, ਕੁਝ ਮੇਰੀ ਕਮਿਊਨੀਕੇਸ਼ਨ ਸਕਿੱਲ ਸੀ, ਬਟ ਉੱਥੇ 34 ਕੈਂਡੀਡੇਟਸ ਜਿਹੜੇ ਅਪੀਅਰ ਹੋਏ ਉਹਨਾਂ 'ਚੋਂ ਮੈਂ ਇਕੱਲਾ ਸਿਲੈਕਟ ਹੋ ਗਿਆ, ਤੇ ਮੈਨੂੰ ਸਿਪਲਾ ਫਾਰਮਾਸਿਊਟੀਕਲਸ 'ਚ ਉਹਨਾਂ ਨੇ ਰੋਹਤਕ ਵਿੱਚ ਜੌਬ ਦੇ ਦਿੱਤੀ। ਤੇ ਮੈਂ ਪੇਰੈਂਟਸ ਨੂੰ ਦੱਸੇ ਬਗੈਰ ਉੱਥੋਂ ਆਪਣਾ ਜਿਵੇਂ ਵੀ ਸੂਟਕੇਸ ਦਿੱਤਾ ਤੇ ਆਪਣੇ ਦੋਸਤਾਂ ਨੂੰ ਆਪਣਾ ਹੋਸਟਲ ਦਾ ਕਮਰਾ ਦਿੱਤਾ ਕਿ ਮੈਂ ਕਿਹਾ ਬਈ ਤੁਹਾਡੇ ਕੋਲ ਇੱਕ ਦੀ ਬਜਾਏ 2 ਕਮਰੇ ਆ, ਹੁਣ ਤੁਸੀਂ ਰਹੋ, ਤੇ ਮੈਂ ਚੱਲਾਂ। ਤੇ ਮੈਂ ਜੀ ਰੋਹਤਕ ਵਿੱਚ 6 ਮਹੀਨੇ ਲਗਾਏ ਜਦ ਤੱਕ ਪੰਜਾਬ ਯੂਨੀਵਰਸਿਟੀ ਦਾ ਅਗਲਾ ਸੈਸ਼ਨ ਨਹੀਂ ਸ਼ੁਰੂ ਹੋ ਗਿਆ। ਤੇ 6 ਮਹੀਨੇ ਮੈਂ ਬਹੁਤ ਜ਼ਿਆਦਾ ਔਖਾ ਸਮਾਂ ਕੱਟਿਆ, ਕਿਉਂਕਿ ਇਹ ਅਕੈਡਮਿਕਸ ਤੋਂ ਹਟ ਕੇ ਜਦ ਤੁਸੀਂ ਮਾਰਕੀਟਿੰਗ ਲਾਈਨ ਵਿੱਚ ਚਲੇ ਜਾਂਦੇ ਹੋ, ਤੇ ਉੱਥੇ ਜਾ ਕੇ ਵੀ ਕਈ ਚੀਜ਼ਾਂ ਸਿੱਖਣ ਨੂੰ ਮਿਲੀਆਂ। ਇੱਕ ਰੇਵਾੜੀ 'ਚ ਡਾਕਟਰ ਸੀਗੇ, ਮੈਨੂੰ ਹੁਣ ਐਗਜ਼ੈਕਟਲੀ ਉਹਨਾਂ ਦਾ ਨਾਮ ਨਹੀਂ ਯਾਦ, ਉਹਨਾਂ ਦਾ ਸਰਨੇਮ ਜ਼ਰੂਰ ਯਾਦ ਹੈ, ਡਾਕਟਰ ਅਗਰਵਾਲ ਸੀਗੇ। ਤੇ ਉਹ ਕਾਫੀ ਜ਼ਿਆਦਾ, ਉਹ ਵੀ ਸਟੂਡੈਂਟ ਲਾਈਫ ਵਿੱਚ ਕਾਫੀ ਸਰਗਰਮ ਰਹੇ ਸੀਗੇ, ਤੇ ਉਹਨਾਂ ਨੇ ਕਾਫੀ ਕੁਝ ਆਪਣੀ ਲਾਈਫ ਵਿੱਚ ਵੀ ਸਟਰਗਲ ਕੀਤੀ। ਜਦ ਮੈਂ ਉਹਨਾਂ ਨਾਲ ਇੱਕ ਵਾਰੀ ਆਪਣੀ ਕੰਪਨੀ ਦਾ ਹੀ ਪ੍ਰੋਡਕਟ ਵਾਸਤੇ ਮਾਰਕੀਟਿੰਗ ਦੇ ਪੱਖੋਂ ਕੁਝ ਗੱਲਾਂ ਕੀਤੀਆਂ, ਤੇ ਉਹਨਾਂ ਨੇ ਮੇਰੇ ਤੋਂ ਪੁੱਛਣਾ ਚਾਹਿਆ ਕਿ ਵੀ ਤੂੰ ਇੰਗਲਿਸ਼ ਬੋਲਦਾ ਹੈ, ਇੱਥੇ ਤੇ ਆਮ ਤੌਰ ਤੇ ਜਿਹੜੇ ਮਾਰਕੀਟਿੰਗ ਕਰਨ ਆਉਂਦੇ ਆ ਉਹ ਮਿਕਸ ਜੀ ਲੈਂਗੁਏਜ ਬੋਲਦੇ ਆ, ਤੇ ਇੰਗਲਿਸ਼ ਦਾ ਕੀ ਰਾਜ਼ ਹੈ। ਤੇ ਫਿਰ ਮੈਂ ਕਿਹਾ ਜੀ ਮੇਰੀ ਤੇ ਇੰਗਲਿਸ਼ ਵੱਲ ਇੰਕਲੀਨੇਸ਼ਨ ਸੀਗੀ। ਬੋਲਦੇ ਤੁਸੀਂ ਕੀ ਕਰਦੇ ਸੀਗੇ? ਮੈਂ ਕਿਹਾ ਪੰਜਾਬ ਯੂਨੀਵਰਸਿਟੀ ਤੋਂ ਮੈਂ MSc ਆਨਰਸ ਕਰ ਰਿਹਾ ਸੀਗਾ, ਸਿੰਸ ਆਈ ਡਿਡੰਟ ਵਾਂਟ ਟੂ ਕੰਟੀਨਿਊ ਦੈਟ, ਤੇ ਮੈਂ ਵਿੱਚ ਬ੍ਰੇਕ ਕੀਤਾ ਤੇ ਮੈਂ ਇਸ ਲਾਈਨ 'ਚ ਆ ਗਿਆ। ਤੇ ਬੋਲਦੇ ਕਿ ਮੈਂ ਤੁਹਾਡੀ ਦਵਾਈਆਂ ਦੇ ਜਿੰਨੇ ਵੀ ਆਰਡਰ ਹੈ ਉਸ ਤੋਂ ਦੁੱਗਣੇ ਤਿਗਣੇ ਸਾਰੇ ਲਿਖ ਦਿੰਦਾ, ਪਰ ਮੇਰੇ ਨਾਲ ਇੱਕ ਪ੍ਰੋਮਿਸ ਕਰੋ। ਪ੍ਰੋਮਿਸ ਆ ਹੈ ਕਿ ਤੁਸੀਂ ਆ ਲਾਈਨ ਛੱਡ ਕੇ ਵਾਪਸ ਪੜ੍ਹਾਈ ਵੱਲ ਮੁੜ ਜਾਓਗੇ। ਤੇ ਉਸ ਤੋਂ ਬਾਅਦ 6 ਮਹੀਨੇ ਬਾਅਦ ਮੈਂ ਉਹਨਾਂ ਦੇ ਕਹਿਣ ਅਨੁਸਾਰ ਉਵੇਂ ਹੀ ਮੈਂ ਜੌਬ ਤੋਂ ਅਸਤੀਫਾ ਦੇ ਦਿੱਤਾ, ਤੇ ਮੈਂ ਪੰਜਾਬ ਯੂਨੀਵਰਸਿਟੀ ਜਾ ਕੇ ਵਾਪਸ, ਚੂँकि ਸੈਸ਼ਨ ਵੀ ਨਵਾਂ ਹੋ ਗਿਆ ਸੀਗਾ, ਦੋਨੋਂ ਗੱਲਾਂ ਆਪਸ 'ਚ ਰਲ ਗਈਆਂ, ਤੇ ਮੈਂ ਪੰਜਾਬ ਯੂਨੀਵਰਸਿਟੀ 'ਚ ਆ ਕੇ MA ਇੰਗਲਿਸ਼ ਵਿੱਚ ਦਾਖਲਾ ਲੈ ਲਿਆ। ਤੇ ਜਦ ਮੈਂ MA ਇੰਗਲਿਸ਼ ਵਿੱਚ ਦਾਖਲਾ ਲੈ ਲਿਆ, ਤੇ ਇੱਕ ਹਿਸਾਬ ਨਾਲ ਮੈਂ ਲਾਈਫ ਨੂੰ ਦੁਬਾਰਾ ਤੋਂ ਟਰੈਕ ਤੇ ਲੈ ਆਂਦਾ। ਮੈਂ ਜੌਬ ਤੇ ਜ਼ਰੂਰ ਕੀਤੀ, ਜੌਬ ਵਿੱਚ ਜਿਹੜੇ 6 ਮਹੀਨੇ ਮੈਂ ਪੈਸੇ ਕਮਾਏ, ਮੈਂ ਆਪਣੀ ਜਿਹੜੀ ਪਹਿਲੀ ਫੀਸ ਸੀਗੀ MA ਦੀ, ਉਹ ਮੈਂ ਕਹਿ ਲਓ ਕਿ ਵੀ ਉਸ ਜੌਬ ਦੇ ਪੈਸੇ ਦੇ ਨਾਲ ਕੀਤੀ। ਹਾਲਾਂਕਿ ਘਰੋਂ ਅਸੀਂ ਵੈਲ ਟੂ ਡੂ ਸੀਗੇ, ਕੋਈ ਇਸ ਤਰ੍ਹਾਂ ਦੀ ਨਹੀਂ ਸੀਗੀ, ਪਰ ਉਹਦਾ ਆਪਣਾ ਹੀ ਇੱਕ ਮਜ਼ਾ ਹੁੰਦਾ ਕਿ ਜਦ ਤੁਸੀਂ ਆਪਣੀ ਮਿਹਨਤ ਦੀ ਕਮਾਈ ਨਾਲ ਆਪਣੀ ਪੜ੍ਹਾਈ ਸ਼ੁਰੂ ਕਰਦੇ ਹੋ। ਸੋ ਉਹ ਵੀ ਇੱਕ ਲਾਈਫ ਦਾ ਨਵਾਂ ਫੇਜ਼ ਸੀਗਾ। ਜਦ ਮੈਂ MA ਫਸਟ ਈਅਰ ਵਿੱਚ ਆਇਆ, ਤੇ ਉੱਥੇ ਜਾ ਕੇ ਫਿਰ ਮੈਨੂੰ ਲੱਗਾ ਕਿ ਮੇਰਾ ਸ਼ਾਇਦ ਹਿਸਟਰੀ ਆਫ ਇੰਗਲਿਸ਼ ਲਿਟਰੇਚਰ ਤੇ ਕਮਾਂਡ ਬਹੁਤ ਅੱਛਾ ਹੈ। ਤੇ ਫਸਟ ਈਅਰ ਵਿੱਚ ਰਹਿੰਦੇ ਹੋਏ ਜਦ ਮੈਂ ਫਸਟ ਈਅਰ ਆਪਣਾ ਕੰਪਲੀਟ ਕਰ ਲਿਆ, ਕੰਪਲੀਟ ਕਰਦਿਆਂ ਨਾਲ ਹੀ ਮੈਂ ਆਪਣੇ ਜੂਨੀਅਰਸ ਨੂੰ ਉੱਥੇ ਯੂਨੀਵਰਸਿਟੀ ਵਿੱਚ ਹੀ ਪੜ੍ਹਾਉਣਾ ਸ਼ੁਰੂ ਕਰਤਾ। ਕੁਝ ਈਵਨਿੰਗ ਕਾਲਜ ਦੇ 2 ਸਟੂਡੈਂਟ ਸੀਗੇ, ਕੁਝ ਪ੍ਰਾਈਵੇਟ ਦੇ, ਤੇ ਇੱਕ ਰੈਗੂਲਰ ਦਾ ਸਟੂਡੈਂਟ ਸੀਗਾ। ਇਸ ਤਰ੍ਹਾਂ ਮੈਂ 5 ਬੱਚਿਆਂ ਨੂੰ ਆਪਣੇ ਹੋਸਟਲ ਦੇ ਰੂਮ ਵਿੱਚ ਹੀ ਪੜ੍ਹਾਉਣਾ ਸ਼ੁਰੂ ਕਰਤਾ, ਤੇ ਮੈਨੂੰ ਲੱਗਣਾ ਸ਼ੁਰੂ ਹੋ ਗਿਆ ਕਿ ਵੀ ਸ਼ਾਇਦ ਇੱਕ ਟੀਚਰ ਨੇ ਜਨਮ ਲੈ ਲਿਆ ਹੈ। ਤੇ ਜਦ ਮੈਂ ਉਹਨਾਂ ਨੂੰ ਪੜ੍ਹਾਉਂਦਾ ਸੀਗਾ, ਤੇ ਕੁਝ ਹੱਦ ਤੱਕ ਚਲੋ ਵੈਸੇ ਤੇ ਸ਼ਾਇਦ ਮੈਨੂੰ ਇੱਕ ਦੋਸਤੀ ਦਾ ਹੀ ਹੱਥ ਵਧਾਉਣਾ ਚਾਹੀਦਾ ਸੀਗਾ ਉਹਨਾਂ ਨਾਲ, ਬਟ ਮੈਂ ਉਹਨਾਂ ਤੋਂ ਫੀਸ ਦੇ ਪੈਸੇ ਵੀ ਲਏ। ਤੇ ਜਦ ਮੈਂ ਉਹਨਾਂ ਤੋਂ ਫੀਸ ਦੇ ਪੈਸੇ ਲਏ, ਤੇ ਉਹ ਫੀਸ ਦੇ ਪੈਸੇ ਕਿਸੇ ਹੱਦ ਤੱਕ ਮੈਂ ਕਿਤਾਬਾਂ ਤੇ ਖਰਚੇ, ਤੇ ਕੁਝ ਆਪਣੇ ਆਪ ਤੇ ਕੁਝ ਖਰਚੇ, ਤੇ ਇਸ ਤਰ੍ਹਾਂ ਕਰਕੇ ਮੈਂ ਆਪਣੀ ਲਾਈਫ ਦਾ ਇੱਕ ਨਵਾਂ ਮੋੜ ਮਾਰਕੀਟਿੰਗ ਇਨ ਸਿਪਲਾ ਫਾਰਮਾਸਿਊਟੀਕਲਸ ਤੋਂ ਟੀਚਿੰਗ ਇਨ ਇੰਗਲਿਸ਼ ਲਿਟਰੇਚਰ ਦੇ ਵਿੱਚ ਤਬਦੀਲ ਕਰ ਲਿਆ। ਤੇ ਉੱਥੋਂ ਮੈਨੂੰ ਸਮਝ ਆ ਗਈ ਕਿ ਵੀ MA ਨੂੰ ਜਾਂ ਫਿਰ ਇੰਗਲਿਸ਼ ਲਿਟਰੇਚਰ ਨੂੰ ਕਿਵੇਂ ਪੜ੍ਹਾਉਣਾ ਹੈ। ਤੇ ਫੋਰਚੂਨੇਟਲੀ ਉਹ ਬੱਚੇ, ਉਹਨਾਂ 'ਚੋਂ ਇੱਕ ਬੱਚੇ ਨੇ ਚਲੋ ਪੇਪਰ ਨਹੀਂ ਦਿੱਤਾ, ਬਾਕੀ 5 'ਚੋਂ 4 ਦੇ 4 ਪਾਸ ਹੋਏ, ਤੇ ਚੰਗੇ ਨੰਬਰਾਂ ਨਾਲ ਪਾਸ ਕਰ ਗਏ ਫਸਟ ਈਅਰ, ਤੇ ਉਹ ਸੈਕਿੰਡ ਈਅਰ 'ਚ ਹੋ ਗਏ। ਜਦੋਂ ਸੈਕਿੰਡ ਈਅਰ 'ਚ ਹੋ ਗਏ, ਉਦੋਂ ਮੈਂ ਵੀ ਫਿਰ MA ਆਪਣੀ ਖਤਮ ਕਰਕੇ ਆ ਗਿਆ। ਤੇ ਉਸ ਤੋਂ ਬਾਅਦ ਫਿਰ ਮੇਰਾ ਇੱਕ ਲਾਈਫ ਵਿੱਚ ਟਰੈਕ ਸਿੰਗਲ ਮਾਈਂਡਡਲੀ ਮੈਂ ਫੜ ਲਿਆ, ਦੈਟ ਇਜ਼ ਟੀਚਿੰਗ। ਹੁਣ ਉਹ ਟੀਚਿੰਗ ਦਾ ਇੰਨਾ ਕੁ ਜ਼ਿਆਦਾ ਜਨੂਨ ਹੈ
ਕਿ ਵੀ ਕਿਸੇ ਵੀ ਲੈਵਲ ਤੇ ਹੁਣ ਟੀਚਿੰਗ ਹੋਏ, ਆਪਣੇ ਬੱਚਿਆਂ ਨੂੰ ਪੜ੍ਹਾਉਣਾ ਪ੍ਰਾਇਮਰੀ ਲੈਵਲ ਤੇ ਵੀ, ਤੇ +2 ਦੇ ਬੱਚਿਆਂ ਨੂੰ ਵੀ ਪੜ੍ਹਾਇਆ ਸੈਕੰਡਰੀ ਲੈਵਲ ਤੇ MA BA ਹਰ ਲੈਵਲ ਤੇ ਹੁਣ ਪੜ੍ਹਾ ਰਹੇ ਹਾਂ। ਸੋ ਲਾਈਫ ਦੇ ਕਈ ਸਾਰੇ ਸ਼ੇਡਸ, ਕਈ ਸਾਰੇ ਕਲਰਸ ਨੂੰ ਹੁਣ ਇੰਬਾਈਬ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਹਾਡੇ ਨਾਲ ਬੈਠਦੇ ਹਾਂ ਤੇ ਤੁਹਾਡੇ ਕੋਲ ਟੀਚਰ ਦੇ ਰਾਹੀਂ ਨਹੀਂ ਬੈਠਦੇ, ਤੁਹਾਡੇ ਸਾਹਮਣੇ ਇੱਕ ਸਟੂਡੈਂਟ ਰਾਹੀਂ ਬੈਠਦੇ ਹਾਂ, ਕਿਉਂਕਿ ਤੁਹਾਡੇ ਆਪਣੇ ਬਹੁਤ ਜ਼ਿਆਦਾ ਲਾਈਫ ਦੇ ਤਜਰਬੇ, ਐਕਸਪੀਰੀਅੰਸ ਤੇ ਗੱਲਾਂ ਹੈ, ਉਹ ਸੁਣ ਕੇ ਹੀ ਇੱਕ ਨਵਾਂ ਕਲਾਸਰੂਮ ਬਣ ਜਾਂਦਾ ਹੈ। ਸਾਡਾ ਸਟਾਫ ਰੂਮ ਨਹੀਂ, ਉਹ ਇੱਕ ਕਲਾਸਰੂਮ ਹੁੰਦਾ ਹੈ ਜਿਹਦੇ 'ਚ ਆਪਾਂ ਇਹ ਤਜਰਬੇ ਤੁਹਾਡਾ ਸ਼ੇਅਰ ਕਰਦੇ ਵਡੱਪਣ ਹੈ ਡਾਕਟਰ ਨਾ, ਇਹ ਤੁਹਾਡਾ ਵਡੱਪਣ ਹੈ ਤਾਂ ਮੈਂ ਤੁਹਾਡੇ ਤੋਂ ਵੀ ਥੱਲੇ ਬਹੁਤ ਸਾਰੀਆਂ ਗੱਲਾਂ 'ਚ। ਤਾਂ ਹਾਂ। ਜਦੋਂ ਅਸੀਂ ਇਕੱਠੇ ਬੈਠਦੇ ਹਾਂ ਤਾਂ ਕੁਦਰਤੀ ਗੱਲ ਹੈ ਕਿ ਇੱਕ ਦੂਜੇ ਦੇ ਤਜਰਬਿਆਂ 'ਚੋਂ ਅਸੀਂ ਬਹੁਤ ਕੁਝ ਸਿੱਖਦੇ ਹਾਂ। ਜਿਹੜਾ ਅੱਜ ਦਾ ਇਸ ਪ੍ਰੋਗਰਾਮ ਦਾ ਮਕਸਦ ਵੀ ਇਹੀ ਹੈ ਕਿ ਤੁਹਾਡੇ ਤਜਰਬੇ ਜਿਹੜੇ ਆ ਦੂਜਿਆਂ ਨਾਲ ਸਾਂਝੇ ਕੀਤੇ ਜਾ ਸਕਣ, ਤੇ ਉਹ ਤਜਰਬੇ ਜਿਹੜੇ ਆ ਉਹਨਾਂ ਦੀ ਪ੍ਰੇਰਣਾ ਦਾ ਬਾਇਸ ਬਣ ਸਕਣ। ਤੇ ਤੁਸੀਂ ਜੀ 2 ਕਿਤਾਬਾਂ ਵੀ ਲਿਖੀਆਂ, ਇੱਕ ਤਾਂ ਉਹ ਕਿਸ ਤਰ੍ਹਾਂ ਸਬੱਬ ਬਣਿਆ 2 ਕਿਤਾਬਾਂ ਲਿਖਣ ਦਾ, ਉਹਦੇ ਬਾਰੇ ਵੀ ਹਾਂ ਜਾਣਕਾਰੀ ਦਿਓ। ਜੀ ਸਰ, ਜਦ ਮੈਂ ਇੰਜੀਨੀਅਰਿੰਗ ਕਾਲਜ 'ਚ ਪੜ੍ਹਾ ਰਿਹਾ ਸੀਗਾ, ਜਿਵੇਂ ਮੈਂ ਤੁਹਾਨੂੰ ਦੱਸਿਆ, ਰਿਆਤ ਇੰਜੀਨੀਅਰਿੰਗ ਕਾਲਜ 'ਚ ਮੈਂ 3 ਇਅਰਸ ਪੜ੍ਹਾਇਆ। 1 ਸਾਲ ਮੈਂ ਖਾਲਸਾ ਇੰਜੀਨੀਅਰਿੰਗ ਕਾਲਜ ਅੰਮ੍ਰਿਤਸਰ 'ਚ ਪੜ੍ਹਾਇਆ, 1 ਸਾਲ ਸੂਰਿਆ ਵਰਲਡ 'ਚ ਪੜ੍ਹਾਇਆ। ਸੋ ਉਸ ਦੌਰਾਨ ਮੈਂ ਜਿਵੇਂ ਜਿਵੇਂ ਪੜ੍ਹਾ ਰਿਹਾ ਸੀਗਾ, ਮੈਂ ਕੁਝ ਆਪਣੇ ਨੋਟਸ, ਕੁਝ ਗੱਲਾਂ, ਆਪਣੇ ਲੈਕਚਰਸ ਪੈਨ ਡਾਊਨ ਕਰਦਾ ਸੀਗਾ। ਤੇ ਇਸੇ ਤਰ੍ਹਾਂ ਹੀ ਤੁਹਾਡੇ ਵਰਗਾ ਹੀ ਇੱਕ ਮੇਰਾ ਇੱਕ ਸੀਨੀਅਰ ਮੇਰੇ ਕੁਲੀਗ ਮਿਲੇ, ਪ੍ਰੋਫੈਸਰ ਸ਼ਾਹਬਾਜ਼ ਸਿੰਘ ਸੇਖੋਂ, ਜੋ ਕਿ GNE ਲੁਧਿਆਣਾ ਤੋਂ ਰਿਟਾਇਰਡ ਸੀਗੇ। ਰਿਟਾਇਰਮੈਂਟ ਤੋਂ ਬਾਅਦ ਉਹ ਸ਼ੌਕ ਪੱਖੋਂ ਹੀ ਮੈਥਮੈਟਿਕਸ ਦੇ ਟੀਚਰ ਰਿਆਤ ਐਂਡ ਬਾਰਾ 'ਚ ਲੱਗ ਗਏ। ਤੇ ਉਹਨਾਂ ਨਾਲ ਚੂੰਕਿ ਉਹ ਤੇ ਸੇਵਾ ਮੁਕਤ ਸੀਗੇ, 60 ਇਅਰਸ ਪਲੱਸ ਸੀਗੇ, ਲਾਈਫ ਦਾ ਉਹਨਾਂ ਦਾ ਐਕਸਪੀਰੀਅੰਸ ਹੀ ਐਕਸਪੀਰੀਅੰਸ ਸੀਗਾ। ਸੋ ਉਹਨਾਂ ਨੇ ਮੈਨੂੰ ਕਈ ਚੀਜ਼ਾਂ ਤੇ ਮੋਟੀਵੇਟ ਕੀਤਾ, ਤੇ ਇੱਕ ਆ ਵੀ ਇੱਕ ਬਹੁਤ ਵੱਡਾ ਉਹਨਾਂ ਦਾ ਰੋਲ ਸੀਗਾ। ਉਹਨਾਂ ਨੇ ਕਿਹਾ ਕਿ ਵੀ ਕਿਉਂ ਨਾ ਤੂੰ ਆਪਣੀਆਂ ਸਾਰੀਆਂ ਗੱਲਾਂ ਜਿਹੜੀਆਂ ਤੂੰ ਕਲਾਸ ਵਿੱਚ ਕਰਦਾ ਇਹਨੂੰ ਲਿਖਿਆ ਕਰ। ਤੇ ਮੈਂ ਕਿਹਾ ਜੀ ਲਿਖਣਾ ਕਿਵੇਂ ਹੈ? ਬੋਲਦੇ ਕਿ ਬਸ ਤੁਸੀਂ ਇਸ ਤਰ੍ਹਾਂ ਸੋਚੋ ਕਿ ਵੀ ਤੁਸੀਂ ਜੋ ਪੜ੍ਹਾ ਰਹੇ ਹੋ ਉਹਨੂੰ ਲਿਖ ਰਹੇ ਹੋ। ਸੋ ਮੈਂ ਕੁਝ ਲਿਖਣ ਲੀਆਂ ਸ਼ੁਰੂ ਕੀਤੀਆਂ ਗੱਲਾਂ, ਜੋ ਮੈਂ ਲਿਖੀਆਂ, ਤੇ ਉਸ ਤੋਂ ਬਾਅਦ ਫਿਰ ਮੈਂ ਕਿਹਾ ਜੀ ਹੁਣ ਤੇ ਮੈਂ ਲਿਖ ਰਿਹਾ, ਕਿ ਮੈਂ ਕਿਵੇਂ ਕਰਾਂਗਾ? ਬੋਲਦੇ ਵੇਟ, ਮੈਂ ਫਿਰ ਕੁਝ ਕਰਦਾ। ਫਿਰ ਉਹਨਾਂ ਨੇ ਇੱਕ ਪਬਲਿਸ਼ਰ ਨੂੰ ਅਪਰੋਚ ਕੀਤਾ, ਤੇ ਉਹਨੂੰ ਕਿਹਾ ਕਿ ਵੀ ਮੁੰਡਾ ਕੁਝ ਕਿਤਾਬ ਲਿਖਣਾ ਚਾਹੁੰਦਾ ਹੈ, ਤੁਸੀਂ ਇਹਨੂੰ ਆ ਕੇ ਮਿਲੋ, ਤੇ ਕੁਝ ਲਿਖ ਚੁੱਕਾ ਹੈ, ਤੇ ਦੱਸੋ ਕਿ ਤੁਹਾਡੀ ਰਿਕੁਆਇਰਮੈਂਟ ਕੀ ਹੈ, ਉਸ ਹਿਸਾਬ ਨਾਲ ਸਿਲੇਬਸ ਡਿਜ਼ਾਈਨ ਕਰ ਲਏਗਾ। ਸੋ ਮੈਂ ਆਪਣੀ ਪਹਿਲੀ ਕਿਤਾਬ, ਜਿਹੜੀ ਕਿ ਇੰਜੀਨੀਅਰਿੰਗ ਕਾਲਜਿਸ 'ਚ BTech ਫਸਟ ਈਅਰ ਨੂੰ ਤੇ BTech ਸੈਕੰਡ ਈਅਰ ਨੂੰ ਲੱਗੀ, ਉਹ ਸੀਗੀ ਜੀ ਆਪਣਾ ਕਮਿਊਨੀਕੇਸ਼ਨ ਸਕਿੱਲਸ ਦੀ ਕਿਤਾਬ। ਸੋ ਮਾਡਰਨ ਅਪਰੋਚ ਟੂ ਕਮਿਊਨੀਕੇਸ਼ਨ ਸਕਿੱਲਸ, ਉਹ ਮੈਂ ਪਹਿਲੀ ਕਿਤਾਬ ਲਿਖੀ। ਉਸ ਤੋਂ ਬਾਅਦ ਜਦ ਮੈਂ ਖਾਲਸਾ ਇੰਜੀਨੀਅਰਿੰਗ ਕਾਲਜ ਅੰਮ੍ਰਿਤਸਰ 'ਚ ਆਇਆ, ਤੇ ਉਦੋਂ ਮੈਨੂੰ ਲੱਗਿਆ ਕਿ ਵੀ ਸ਼ਾਇਦ ਹੁਣ ਐਸੇ ਫੀਲਡ ਵਿੱਚ ਹੋਰ ਵਧਣਾ ਚਾਹੀਦਾ। ਫਿਰ ਪ੍ਰੋਫੈਸਰ ਵਿਨੋਦ ਕੌਰ ਹੈ ਆਪਣਾ ਅੰਮ੍ਰਿਤਸਰ ਇੰਜੀਨੀਅਰਿੰਗ ਕਾਲਜ, ਉਹਨਾਂ ਨਾਲ ਮੇਰਾ ਕੰਟੈਕਟ ਹੋਇਆ। ਕੁਝ ਮੈਂ ਵਾਈਵਾ ਲੈਣ ਜਾਣਾ ਸੀਗਾ, ਤੇ ਉਹ ਵੀ ਬੜੇ ਅੱਛੇ ਇੱਕ ਟੀਚਰ ਸੀਗੇ। ਉਹਨਾਂ ਦੇ ਪ੍ਰੋਫੈਸਰ, ਉਹਨਾਂ ਦੇ ਫਾਦਰ ਸਾਹਿਬ ਹੈਗੇ ਪ੍ਰੋਫੈਸਰ JS ਜੋਗੀ, ਉਹਨਾਂ ਨਾਲ ਮੇਰੀ ਮੁਲਾਕਾਤ ਹੋਈ। ਫਿਰ ਅਸੀਂ ਸਭ ਨੇ ਮਿਲ ਕੇ ਇੱਕ ਕਿਤਾਬ ਹੋਰ ਲਿਖੀ। ਸੋ ਉਹ ਕਿਤਾਬ ਵੀ ਜੋ BEd ਕਾਲਜਿਸ ਨੂੰ ਲੱਗੀ। ਸੋ ਇਸ ਤਰ੍ਹਾਂ ਅਸੀਂ ਮਿਲ ਕੇ BEd ਕਾਲਜਿਸ ਤੇ ਇੰਜੀਨੀਅਰਿੰਗ ਕਾਲਜਿਸ ਦੀ ਕਿਤਾਬ ਦੇ ਵਿੱਚੋਂ ਸ਼ਾਰਟਕਮਿੰਗ ਸੀਗੀਆਂ ਪਿਛਲੀ ਕਿਤਾਬ ਦੀਆਂ, ਉਹ ਵੀ ਇੰਪਰੂਵ ਕਰਕੇ ਸੋ 2 ਕਿਤਾਬਾਂ ਲਿਖੀਆਂ। ਉਹ 2 ਕਿਤਾਬਾਂ ਰਾਹੀਂ ਮੈਂ ਫਿਰ ਇੱਕ ਆਥਰ ਦੇ ਤੌਰ ਤੇ ਵੀ ਆਪਣਾ ਇੱਕ ਨਵਾਂ ਇੱਕ ਕਹਿ ਲਓ ਇੱਕ ਆਪਣੀ ਪੋਜੀਸ਼ਨ ਹਾਸਿਲ ਕਰ ਲਈ। ਹੁਣ ਉਸ ਤੋਂ ਬਾਅਦ ਮੈਂ ਫਿਰ ਕੁਝ ਲਿਖੀਆਂ ਨਹੀਂ ਗੱਲਾਂ, ਹੁਣ ਮੈਂ ਕੁਝ ਪੋਇਮਸ ਕਈ ਵਾਰ ਇੰਗਲਿਸ਼ ਵਿੱਚ ਪੈਨ ਡਾਊਨ ਕਰਦਾ ਹਾਂ। ਇੱਛਾ ਹੈ ਕਿ ਜਦ ਮੈਂ ਉਹਨੂੰ ਪੋਲਿਸ਼ ਕਰ ਲਾਂ, ਕਦੀ ਆਉਣ ਵਾਲੇ ਟਾਈਮ ਵਿੱਚ ਜਦ ਮੈਨੂੰ ਲੱਗੇ ਕਿ ਵੀ ਸ਼ਾਇਦ ਉਹ ਪੜ੍ਹਨ ਵਾਲਿਆਂ ਤੱਕ ਪਹੁੰਚਾਉਣ ਦੇ ਲਾਇਕ ਹੈ, ਉਦੋਂ ਮੈਂ ਜ਼ਰੂਰ ਕਦੀ ਰੱਖਾਂਗਾ। ਤੇ ਬਿਕੋਜ਼ ਜਦ ਮੈਂ ਆਪਣੀ ਕੋਈ ਪੋਇਮ ਲਿਖਦਾ ਤੇ ਅਗਲੇ ਦਿਨ ਉਹਨੂੰ ਦੇਖਦਾ, ਤੇ ਮੈਨੂੰ ਲੱਗਦਾ ਕਿ ਉਹਦੇ 'ਚ ਸ਼ਾਇਦ ਹੋਰ ਇੰਪਰੂਵਮੈਂਟ ਦੀ ਗੱਲ ਹੈ। ਉਹ ਇੰਪਰੋਵਾਈਜੇਸ਼ਨ ਦੇ ਚੱਕਰ 'ਚ ਹਜੇ ਮੈਂ ਕਿਸੇ ਲੈਵਲ ਤੇ ਉਹਨੂੰ ਪੂਰਾ ਪੋਲਿਸ਼ ਨਹੀਂ ਕਰ ਪਾਇਆ। ਸੋ ਹੋਪਫੁਲੀ ਜਿਵੇਂ ਜਿਵੇਂ ਟਾਈਮ ਬੀਤੇਗਾ, ਜਿਵੇਂ ਜਿਵੇਂ ਘਰ ਦੀਆਂ ਵੀ ਕੁਝ ਰਿਸਪੋਂਸਿਬਿਲਿਟੀਜ਼ ਥੋੜ੍ਹੀਆਂ ਜਿਹੀਆਂ, ਜਿਵੇਂ ਬੱਚੇ ਵੀ ਥੋੜ੍ਹਾ ਮੈਚਿਓਰ ਹੋਣਗੇ, ਸੋ ਆਈ ਵਿਲ ਬੀ ਏਬਲ ਟੂ ਪੋਲਿਸ਼ ਇਟ, ਐਂਡ ਸ਼ਾਰਟਲੀ ਮੈਂ ਉਹ ਕਿਤਾਬ ਵੀ ਪੜ੍ਹਨ ਵਾਲਿਆਂ ਤੱਕ, ਜੋ ਇੰਟੈਲੈਕਚੁਅਲ ਟੇਸਟ ਰੱਖਦੇ ਹੈ ਜਾਂ ਲਿਟਰਰੀ ਬੈਂਟ ਰੱਖਦੇ ਹੈ, ਉਹਨਾਂ ਤੱਕ ਲੈ ਕੇ ਆਵਾਂਗਾ। ਅੱਛਾ, ਤੁਸੀਂ ਐਜ਼ ਸਬਜੈਕਟ ਐਕਸਪਰਟ ਵੀ ਕੰਮ ਕੀਤਾ ਹੈ, ਕੁਝ ਜੀ ਇੰਟਰਵਿਊਜ਼ ਦੇ ਵਿੱਚ ਵੀ ਤੁਸੀਂ ਸਬਜੈਕਟ ਐਕਸਪਰਟ ਦੇ ਤੌਰ ਤੇ ਬੈਠੇ ਹੋ, ਜੋ ਸਕੂਲ ਕੇਡਰ ਦੇ ਟੀਚਰਸ ਜਿਹੜੇ ਆ ਉਹਨਾਂ ਦੀ ਸਿਲੈਕਸ਼ਨ ਕਮੇਟੀਜ਼ ਦੇ ਵਿੱਚ, ਉਹ ਜੀ ਕਿਸ ਤਰ੍ਹਾਂ ਸਬੱਬ ਬਣਿਆ, ਉਹਦੇ ਬਾਰੇ ਵੀ ਸਾਨੂੰ ਦੱਸੋ।
ਜੀ ਸਰ, ਡਿਊਰਿੰਗ ਮਾਈ ਟੀਚਿੰਗ ਜਿਸ ਤਰ੍ਹਾਂ ਆਪਾਂ ਵੱਖਰੇ ਕਾਲਜਿਸ ਵਿੱਚ ਇੰਟਰੈਕਟ ਕਰਦੇ ਹਾਂ ਸਾਰਾ ਕੁਝ, ਸੋ ਬਾਈ ਵੇ ਆਫ ਵਰਡਸ ਜਾਂ ਫਿਰ ਬਾਈ ਜਿਵੇਂ ਵੀ ਸਾਡੀ ਇੰਟਰੈਕਸ਼ਨ ਹੁੰਦੀ ਹੈ, ਗੱਲ ਟਰੈਵਲ ਕਰਦੀ ਹੈ ਕਿ ਵੀ ਫਲਾਣੀ ਫਲਾਣੀ ਜਗ੍ਹਾ ਟੀਚਰ ਹੈਗੇ ਆ, ਇਹਨਾਂ ਦਾ ਨੈਟ ਹੈ, PhD ਪਰਸਿਊ ਕਰ ਰਹੇ ਹੈ। ਸੋ ਇਸ ਤਰ੍ਹਾਂ ਕਰਕੇ ਜਿਵੇਂ ਜਿਵੇਂ ਮੇਰੀ ਗੱਲ ਅੱਗੇ ਤੱਕ ਪਹੁੰਚੀ, so I was the subject expert for Polytechnic College also, DAV colleges ਦੇ ਜੋ ਸਕੂਲ ਕੈਡਰ ਦੇ ਟੀਚਰ ਸੀਗੇ, TGT PGT, ਉਹਨਾਂ ਦੀ ਵੀ ਮੈਂ ਇੰਟਰਵਿਊਜ਼ ਲਿੱਤੀਆਂ ਹੈ। ਸੋ ਇਸ ਤੋਂ ਇਲਾਵਾ ਮੈਂ ਬਾਕੀ ਐਕਸਟੈਂਸ਼ਨ ਲੈਕਚਰਸ ਤੇ ਅਕਸਰ ਹੀ ਦਿੰਦਾ ਰਹਿੰਦਾ ਹਾਂ। ਐਕਸਟੈਂਸ਼ਨ ਲੈਕਚਰ ਮੈਂ ਇੰਗਲਿਸ਼ ਤੋਂ ਹਟ ਕੇ ਮੋਟੀਵੇਸ਼ਨਲ ਸਕਿੱਲਸ ਤੇ ਪਰਸਨੈਲਿਟੀ ਡਿਵੈਲਪਮੈਂਟ ਤੇ ਜ਼ਿਆਦਾ ਫੋਕਸ ਕਰਦਾ, ਤਾਂ ਕਿਉਂਕਿ ਮੈਨੂੰ ਲੱਗਦਾ ਕਿ ਵੀ ਜੋ ਇੱਕ ਯੰਗਰ ਲੋਟ ਹੈ ਉਹਨਾਂ ਨੂੰ ਪੋਲਿਸ਼ ਕਰਨ ਵਾਸਤੇ ਯੂ ਹੈਵ ਟੂ ਇੰਜੈਕਟ ਦ ਪੋਜ਼ਿਟਿਵਿਟੀ। ਸੋ ਪੋਜ਼ਿਟਿਵਿਟੀ ਇੰਜੈਕਟ ਕਰਨ ਦਾ, ਕਿਉਂਕਿ ਅੱਜ ਕੱਲ੍ਹ ਨਾ ਮਾਯੂਸੀ ਦਾ ਦੌਰ ਬਹੁਤ ਜ਼ਿਆਦਾ ਹੈ, ਬੱਚੇ ਜ਼ਿਆਦਾ ਪੋਜ਼ਿਟਿਵ ਚੀਜ਼ਾਂ ਨਹੀਂ ਦੇਖਦੇ, ਉਹ ਇੱਕ ਦੂਸਰੇ ਤੋਂ ਦੇਖ ਕੇ ਹੀ ਡਰਦੇ ਫਿਰਦੇ ਕਿ ਪਤਾ ਨਹੀਂ ਕਿ ਵੀ ਉਹਦੇ ਕੋਲ ਜੋ ਹੈ ਉਹ ਮੇਰੇ ਕੋਲ ਕਿਉਂ ਨਹੀਂ ਹੈ। ਬਟ ਆਪਣਾ ਜੋ ਕੰਪੀਟੀਸ਼ਨ, ਮੈਂ ਪਹਿਲੇ ਵੀ ਕਿਹਾ ਹੈ, ਆਪਣਾ ਕੰਪੀਟੀਸ਼ਨ ਆਪਣੇ ਆਪ ਨਾਲ ਹੈ। ਯੂ ਹੈਵ ਟੂ ਬੈਟਰ ਯੂਰ ਓਨ ਪਰਫੋਰਮੈਂਸ, ਦੈਟ ਇਜ਼ ਦ ਕੀ ਏਰੀਆ। ਕਿ ਵੀ ਉਹ ਮੇਰੀ ਜਗ੍ਹਾ ਹੈ ਜਾਂ ਨਹੀਂ ਹੈ ਆ ਮੈਟਰ ਨਹੀਂ ਕਰਦਾ, you are just improving your own performance whenever, as I have told you, you stand in front of the mirror, you have to promise yourself ਕਿ ਵੀ ਜੋ ਤੁਹਾਡਾ ਟਾਰਗੇਟ ਹੈ ਤੁਹਾਡੀ ਮਿਰਰ ਇਮੇਜ ਦੇ ਨਾਲ ਹੋਣਾ ਚਾਹੀਦਾ, ਉਹਦਾ ਇੱਕ ਪਬਲਿਕ ਬੁਖਾਨ, ਉਹਦਾ ਇੱਕ ਰੌਲਾ ਪਾਉਣ ਵਾਲੀ ਕੋਈ ਗੱਲ ਨਹੀਂ ਹੁੰਦੀ। ਜਦ ਤੁਸੀਂ ਆਪਣੇ ਟਾਰਗੇਟ ਆਪਣੀ ਇੱਕ ਮਿਰਰ ਇਮੇਜ ਨਾਲ ਸੈੱਟ ਕਰ ਲੈਂਦੇ ਹੋ, ਅਚੀਵ ਕਰ ਲੈਂਦੇ ਹੋ, ਉਹਦਾ ਇੱਕ ਸੈਟਿਸਫੈਕਸ਼ਨ, ਉਹਦਾ ਇੱਕ ਜੋ ਅਸੀਂ ਉਹਦਾ ਪੀਸ ਇੰਬਾਈਬ ਕਰਦੇ ਹਾਂ, ਉਹ ਵੱਖਰੇ ਦੌਰ ਦਾ ਇੱਕ ਵੱਖਰੇ ਲੈਵਲ ਦਾ ਹੁੰਦਾ। ਜੀ ਸਰ। ਡਾਕਟਰ ਸਾਹਿਬ, ਬੜੀਆਂ ਖੂਬਸੂਰਤ ਗੱਲਾਂ ਤੁਸੀਂ ਕਰ ਰਹੇ ਹੋ, ਜੀ ਕਰਦਾ ਤੁਹਾਡੇ ਨਾਲ ਗੱਲਾਂ ਕਰੀ ਜਾਈਏ। ਲਾਸਟ ਤੇ ਤੁਹਾਨੂੰ ਇੱਕ ਮੈਂ ਸਵਾਲ ਕਰਨਾ ਚਾਹਾਂਗਾ ਕਿ ਅੱਜ ਦੇ ਜੋ ਟੀਚਰ ਟਾਟ ਰਿਲੇਸ਼ਨਸ਼ਿਪ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਜੀ ਸਰ, ਮੈਂ ਨਾ ਹਮੇਸ਼ਾ ਹੀ ਇਸ ਗੱਲ ਨੂੰ ਇੱਕ ਸ਼ੇਰ ਵਿੱਚ ਜ਼ਰੂਰ ਮੈਂ ਦੇਖਦਾ ਹਾਂ ਕਿ ਸਿਰਫ ਇੱਕ ਕਦਮ ਉਠਾ ਥਾ ਗਲਤ ਰਾਹੇ ਸ਼ੌਕ में, सिर्फ एक कदम उठा था गलत राह शौक में, मंजिल तमाम उम्र हमें ढूंढती रही। हर एक ਬੱਚੇ ਨੂੰ ਤੇ ਹਰ ਇੱਕ ਟੀਚਰ ਨੂੰ ਆ ਸੋਚਣੀ ਚਾਹੀਦੀ ਹੈ ਗੱਲ ਕਿ ਆਪਣੀ ਸਕਸੈਸ, ਆਪਣੀ ਜੋ ਟੀਚਿੰਗ ਲਰਨਿੰਗ ਐਬਿਲਿਟੀ ਹੈ, ਉਹਦੇ ਵਾਸਤੇ ਬੰਦੇ ਨੂੰ ਇੱਕ ਟਾਰਗੇਟ ਸੈੱਟ ਕਰਨਾ ਹੁੰਦਾ ਹੈ। ਜੇ ਇੱਕ ਟੀਚਰ ਵੀ ਥੋੜੇ ਆਪਣੇ ਡਿਊਟੀ ਤੋਂ ਇੱਧਰ ਤੋਂ ਉੱਧਰ ਹੋਏ, ਉਦੋਂ ਵੀ ਬੱਚੇ ਦਾ ਲਾਸ ਹੈ, ਤੇ ਬੱਚਾ ਵੀ ਆਪਣੀ ਇੱਕ ਡਿਊਟੀ ਤੋਂ ਇੱਧਰ ਤੋਂ ਉੱਧਰ ਹੋਇਆ ਤਾਂ ਬੱਚੇ ਦਾ ਲਾਸ ਹੈ। ਸੋ ਇੱਕ ਕਦਮ ਉਠਾ ਥਾ ਗਲਤ ਰਾਹੇ ਸ਼ੌਕ ਮੇਂ, ਮੰਜ਼ਿਲ ਤਮਾਮ ਉਮਰ ਹਮੇ ਢੂੰढती ਰਹੀ। ਮੰਜ਼ਿਲ ਵੀ ਉੱਥੇ ਹੈ, ਐਫਰਟ ਵੀ ਇੱਥੇ ਹੈ। ਆ ਸਾਨੂੰ ਪਤਾ ਹੋਣਾ ਚਾਹੀਦਾ ਕਿਹੜੀ ਐਫਰਟ ਕਿਹੜੀ ਜਗ੍ਹਾ ਤੇ ਸਾਨੂੰ ਲਗਾਉਣੀ ਹੈ ਤੇ ਕਿੰਨਾ ਅਸੀਂ ਫੋਕਸ ਕਰਨਾ ਹੈ, ਕਿੰਨੀ ਕੁ ਅਸੀਂ ਟੀਚਰ ਦੀ ਗੱਲ ਮੰਨਣੀ ਹੈ। ਹਾਂ, ਮੈਂ ਅਕਸਰ ਹੀ ਆਪਣੇ ਲੈਕਚਰਸ ਵਿੱਚ ਇਹ ਗੱਲ ਕਹਿ ਦਿੰਦਾ ਡਾਕਟਰ ਸਾਹਿਬ ਕਿ KFP ਤੇ BFP ਨੂੰ ਮੈਂ ਬਹੁਤ ਡੂੰਘੇ ਤੌਰ ਤੇ ਕਲਾਸਰੂਮਸ ਵਿੱਚ ਗੱਲ ਕਰਦਾ। ਬੱਚੇ ਹੱਸ ਵੀ ਪੈਂਦੇ ਇਸ ਗੱਲ ਤੇ, ਖੁਸ਼ ਵੀ ਹੋ ਜਾਂਦੇ ਤੇ ਨਾਲ ਕੁਝ ਗੱਲ ਸਿੱਖ ਵੀ ਲੈਂਦੇ ਆ। ਦੈਟ ਇਜ਼ BFP ਸਟੈਂਡਸ ਫਾਰ ਬੜਾ ਫਰਕ ਪੈਂਦਾ ਹੈ, ਤੇ KFP ਸਟੈਂਡਸ ਫਾਰ ਕੀ ਫਰਕ ਪੈਂਦਾ ਹੈ। So there are only two postulates for your life which you have to live, that is ਕੀ ਫਰਕ ਪੈਂਦਾ? ਕਿ ਕੋਈ ਫਰਕ ਨਹੀਂ ਪੈਂਦਾ ਯਾਰ। ਬੱਚਾ ਜੋ ਮਰਜ਼ੀ ਕੱਪੜੇ ਪਾ ਕੇ ਕਾਲਜ ਵਿੱਚ ਤੁਰਿਆ ਫਿਰੇ, ਉਹਦਾ ਯਾਰ ਮੈਂ ਇੱਕ ਕਾਲਜ ਵਿੱਚ ਜੈਂਟਲਮੈਨ ਲੱਗਾਂਗਾ ਕਿਉਂਕਿ ਮੈਂ ਲਾਈਫ ਵਿੱਚ ਇੱਕ ਗਰੂਮਿੰਗ ਮੇਰੀ ਪਹਿਲੇ ਅੱਛੀ ਹੋਏਗੀ ਤੇ ਮੈਂ ਕਿਸੇ ਲੈਵਲ ਤੇ ਆਪਣੇ ਆਪ ਨੂੰ ਮਹਿਸੂਸ ਕਰਾਂਗਾ ਕਿ ਮੈਂ ਪੜ੍ਹ ਰਿਹਾ, ਕਿ ਮੈਂ ਤੇ ਫਿਰਨ ਤੁਰਨ ਨਹੀਂ ਆਇਆ। ਸੋ ਬੜਾ ਫਰਕ ਪੈਂਦਾ। ਮੈਂ ਲੈਕਚਰ ਲਗਾਵਾਂ, ਕੀ ਫਰਕ ਪੈਂਦਾ? ਲੈਕਚਰ ਲਗਾ ਲਾਂ ਯਾਰ, ਸ਼ਾਇਦ ਇਹਦੇ ਵਿੱਚੋਂ ਹੀ ਮੈਨੂੰ ਕੁਝ ਸਿੱਖਣ ਨੂੰ ਮਿਲੇ, ਬੜਾ ਫਰਕ ਪੈਂਦਾ। ਸੋ ਦ ਟੂ ਪਿਲਰਸ, ਕੀ ਫਰਕ ਪੈਂਦਾ ਹੈ, ਬੜਾ ਫਰਕ ਪੈਂਦਾ ਹੈ, ਉਹ ਸਾਨੂੰ ਪਤਾ ਹੈ ਕਿ ਵੀ ਕਿਹੜੇ ਰਾਹ ਨੂੰ ਫੜਨਾ ਆਪਾਂ। ਉਹੀ ਹੋਇਆ ਜੀ, ਸਿਰਫ ਇੱਕ ਕਦਮ ਉਠਾ ਥਾ ਗਲਤ, ਕੀ ਫਰਕ ਪੈਂਦਾ ਹੈ। ਸੋ ਆਹ ਚੀਜ਼ ਬਹੁਤ ਜ਼ਰੂਰੀ ਹੈ। ਇੱਥੇ ਇੱਕ ਟੀਚਰ ਦਾ ਰੋਲ ਕੀ ਹੈ ਜੀ? ਫੈਸਿਲੀਟੇਟਰ ਦਾ। ਟੀਚਰ ਨੇ ਇਕੱਲਾ ਆਪਣਾ ਸਬਜੈਕਟ ਨਹੀਂ ਪੜ੍ਹਾਉਣਾ। ਤੁਸੀਂ ਵੀ ਲੈਂਗੁਏਜ ਪੜ੍ਹਾਉਂਦੇ ਹੋ, ਮੈਨੂੰ ਲੱਗਦਾ ਹੈ ਕਿ ਵੀ ਤੁਹਾਡੇ ਲੈਕਚਰ ਤੋਂ ਬਾਅਦ ਜਦ ਮੈਂ ਜਾਂਦਾ ਤੇ ਕੁਝ ਗੱਲਾਂ ਬੱਚੇ ਸਿੱਖ ਚੁੱਕੇ ਹੁੰਦੇ, ਕੁਝ ਗੱਲਾਂ ਮੈਂ ਤੁਹਾਡੀਆਂ ਹੀ ਰਿਪੀਟ ਕਰਕੇ ਆਉਣਾ ਕਿ ਅਸੀਂ ਲਾਈਫ ਵਿੱਚ ਉਹਨਾਂ ਨੂੰ ਸਬਜੈਕਟ ਨਹੀਂ ਪੜ੍ਹਾ ਰਹੇ, ਅਸੀਂ ਉਹਨਾਂ ਨੂੰ ਇੱਕ ਅੱਛਾ ਇਨਸਾਨ ਬਣਾ ਰਹੇ ਹਾਂ। ਕਿ ਕਿਸੇ ਲੈਵਲ ਤੇ ਜੇ ਬੱਚਾ ਆ ਮਹਿਸੂਸ ਕਰੇ ਕਿ ਪੜ੍ਹਾਈ ਕਰਨ ਤੋਂ ਬਾਅਦ ਮੈਨੂੰ ਸਟਰਗਲ ਕਰਨੀ ਪੈ ਰਹੀ ਹੈ, ਨੌਕਰੀ ਮੈਨੂੰ ਜਲਦੀ ਨਹੀਂ ਮਿਲ ਰਹੀ, ਤਾਂ ਉਹਨੂੰ ਮਾਯੂਸੀ ਨਾ ਹੋਏ। ਉਹਨੂੰ ਆ ਪਤਾ ਲੱਗ ਜੇ ਕਿ ਮੈਂ ਆਪਣੇ ਵੋਇਡ ਨੂੰ, ਆਪਣੇ ਖਾਲੀ ਸਮੇਂ ਨੂੰ ਹੋਰ ਕੁਝ ਕੰਮ ਕਰਕੇ ਜਾਂ ਫਿਰ ਆਪਣੀ ਕਿਵੇਂ ਗਰੂਮਿੰਗ ਕਰਨੀ ਹੈ ਤਾਂ ਕਿ ਮੈਂ ਨੌਕਰੀ ਵਾਸਤੇ ਆਪਣੇ ਆਪ ਨੂੰ ਤਿਆਰ ਕਰ ਸਕਾਂ ਜਾਂ ਮੈਂ ਕੰਪੀਟੀਟਿਵ ਐਗਜ਼ਾਮਸ ਵਾਸਤੇ ਤਿਆਰ ਕਰਾਂ। ਆਮ ਤੌਰ ਤੇ ਜੋ ਮੈਂ ਦੇਖਿਆ ਕੁਝ
ਇਹੋ ਜਿਹੇ ਬੰਦੇ ਵੀ ਆਪਣੇ ਟੀਚਿੰਗ ਮੈਨੂੰ ਕਰੀਅਰ 'ਚ ਮਿਲੇ ਜੋ ਕਿ ਆਪ ਕਿਸੇ ਲੈਵਲ ਤੇ ਮਾਯੂਸ ਹੁੰਦੇ ਸੀਗੇ ਤੇ ਉਹ ਬੱਚੇ ਨੂੰ ਵੀ ਕਹਿ ਦਿੰਦੇ ਸੀਗੇ ਉਹ ਨਹੀਂ ਭਾਈ ਕੁਝ ਨਹੀਂ ਮਿਲਣਾ ਲਾਈਫ ਵਿੱਚ, ਕੀ ਕਰ ਲੋਗੇ ਫਲਾਣਾ ਸਬਜੈਕਟ ਕਰਕੇ ਕੀ ਕਰੋਗੇ। ਮੈਨੂੰ ਲੱਗਦਾ ਇੱਕ ਬੱਚੇ ਨੂੰ ਇੱਕ ਫਰੀडम ਆਫ ਚੋਇਸ ਦੇ ਦੇਣਾ ਚਾਹੀਦਾ। ਤੁਸੀਂ ਆਪਣਾ ਸਬਜੈਕਟ ਨਹੀਂ ਉੱਤੇ ਇਨਫੋਰਸ ਕਰ ਰਹੇ, ਤੁਸੀਂ ਉਹਨੂੰ ਇੱਕ ਗਰੂਮਿੰਗ ਕਰ ਰਹੇ ਹੋ ਕਿ ਵੀ ਤੂੰ ਆਪਣੀ ਇੱਕ ਚੋਇਸ ਆਫ ਸਬਜੈਕਟ, ਆਪਣੀ ਚੋਇਸ ਆਫ ਵਿਜ਼ਨ। ਤੇ ਇਸ ਤੋਂ ਇਲਾਵਾ ਇੱਕ ਬੱਚੇ ਨੂੰ ਆਹ ਗੱਲ ਜ਼ਰੂਰ ਦੱਸਦੇ ਆ ਕਿ ਵੀ ਪੇਰੈਂਟਸ ਦੀ ਰਿਸਪੈਕਟ ਜ਼ਰੂਰ ਕਰਨੀ ਹੈ, ਕਿਉਂਕਿ ਅੱਜ ਸਬੱਬ ਇਸ ਤਰ੍ਹਾਂ ਦਾ ਬਣਿਆ, ਅੱਜ ਫਾਦਰਸ ਡੇ ਹੀ ਹੈ। ਸੋ ਇੱਕ ਗੱਲ ਬੱਚਿਆਂ ਨੂੰ ਸਮਝਣੀ ਚਾਹੀਦੀ ਹੈ, ਖਾਸ ਤੌਰ ਤੇ ਬੱਚਿਆਂ ਨੂੰ। ਪੇਰੈਂਟਸ ਜ਼ਰੂਰ ਚਾਹੁੰਦੇ ਆ ਕਿ ਵੀ ਉਹ ਪੜ੍ਹਨ, ਬਟ ਪੇਰੈਂਟਸ ਦੀ ਗੱਲ ਬੱਚਿਆਂ ਨੂੰ ਦੋਨਾਂ ਨੂੰ ਜੁਡੀਸ਼ੀਅਸਲੀ ਧਿਆਨ 'ਚ ਰੱਖਣੀ ਚਾਹੀਦੀ ਹੈ। ਕਈ ਵਾਰੀ ਨਾ ਬੱਚੇ, ਹੁਣ ਜਿਵੇਂ ਅੱਜ ਕੱਲ੍ਹ ਬੀਟੈਕ ਦਾ ਦੌਰ ਨਹੀਂ ਹੈ, ਜੇ ਫਾਦਰ ਨੇ ਬੱਚੇ ਨੂੰ ਕਹਿ ਦਿੱਤਾ ਕਿ ਬਾਈ ਤੂੰ ਬੀਟੈਕ ਕੰਪਿਊਟਰ ਸਾਇੰਸ ਦੀ ਬਜਾਏ ਹਿਊਮੈਨਿਟੀਜ਼ ਕਰ, ਹਿਊਮੈਨਿਟੀਜ਼ ਤੋਂ ਬਾਅਦ ਐਮਏ ਕਰ, ਐਮਏ ਤੋਂ ਬਾਅਦ ਨੈਟ ਕਰ, ਤੇ ਮੈਨੂੰ ਲੱਗਦਾ ਤੂੰ ਜਲਦੀ ਸੈਟਲ ਹੋ ਜਾਏਗਾ, ਬਜਾਏ ਐਸਦੇ ਕਿ ਬੀਟੈਕ ਕਰਕੇ 2-3-4 ਹਜ਼ਾਰ ਤੇ ਸਟਰਗਲ ਕਰੇਗਾ, ਉਸ ਤੋਂ ਬਾਅਦ ਮਾਯੂਸ ਹੋਏਗਾ। ਕਈ ਵਾਰੀ ਬੱਚਾ ਭੇਡ ਚਾਲ ਵਿੱਚ ਫਸ ਜਾਂਦਾ ਤੇ ਉਹ ਪੇਰੈਂਟਸ ਦੀ ਗੱਲ ਨਹੀਂ ਮੰਨਦਾ, ਤੇ ਬਾਅਦ ਵਾਲੀ ਰਿਅਲਾਈਜੇਸ਼ਨ ਤੋਂ ਪਹਿਲੇ ਹੀ ਪੇਰੈਂਟਸ ਦੀ ਗੱਲ ਮੰਨਣੀ ਚੰਗੀ ਹੈ। ਕਿਉਂਕਿ ਪੇਰੈਂਟਸ ਅੱਜ ਇੰਨੇ ਕੁ ਜ਼ਿਆਦਾ ਅਵੇਅਰ ਹੈ, ਇੰਨੇ ਕੁ ਜ਼ਿਆਦਾ ਸਮਝਦਾਰ ਹੈ, ਉਹਨਾਂ ਨੇ ਲਾਈਫ ਨੂੰ ਵੀ ਦੇਖਿਆ ਹੈ, ਅਕੈਡਮਿਕਸ ਨੂੰ ਵੀ ਦੇਖਿਆ, ਆਪ ਵੀ ਪੜ੍ਹੇ, ਤੇ ਲੋਕਾਂ ਨੂੰ ਬੰਦੇ ਸਵਰਦੇ ਵੀ ਦੇਖਿਆ ਲਾਈਫ ਵਿੱਚ। ਤੇ ਜੇ ਉਹ ਗੱਲ ਸਮਝਦੇ ਆ ਤੇ ਸ਼ਾਇਦ ਪੇਰੈਂਟਸ ਦੀ ਗੱਲ ਨੂੰ ਵੀ ਧਿਆਨ 'ਚ ਰੱਖ ਲੈਣਾ ਚਾਹੀਦਾ। ਹੁਣ ਜੇ ਪੇਰੈਂਟਸ ਕਈ ਵਾਰੀ ਬੱਚੇ ਨੂੰ ਬਹੁਤ ਵਧੀਆ ਚੋਇਸ ਆਫ ਸਬਜੈਕਟਸ ਕਰਕੇ ਦਿੰਦੇ ਆ, ਇਹਦਾ ਜੋ ਹੈ ਫਰੂਟ, ਇਹਦਾ ਜੋ ਅਖੀਰ ਤੇ ਰਿਜ਼ਲਟ ਹੈ, ਆ ਬੱਚੇ ਨੂੰ ਉਦੋਂ ਪਤਾ ਲੱਗੇਗਾ ਜਦੋਂ ਕੁਝ ਅਚੀਵ ਕਰ ਲੇਗਾ। ਸੋ ਆ ਵੀ ਬਹੁਤ ਜ਼ਰੂਰੀ ਹੈ, ਤਾਲਮੇਲ ਬਣਾ ਕੇ ਰੱਖਣਾ ਹੈ। ਪੇਰੈਂਟਸ ਦੇ ਬਾਗੀ ਨਹੀਂ ਹੋਣਾ, ਪੇਰੈਂਟਸ ਦੇ ਖਿਲਾਫ ਨਹੀਂ ਜਾਣਾ, ਪੇਰੈਂਟਸ ਨੂੰ ਨਾਲ ਰਹਿ ਕੇ ਚੱਲਣਾ ਹੈ, ਜਿਨ੍ਹਾਂ ਨੇ ਤੁਹਾਨੂੰ ਇੱਕ ਲਾਈਫ, ਇੱਕ ਕੰਫਰਟ, ਇੱਕ ਤੁਹਾਨੂੰ ਪੜ੍ਹਾਈ ਲਿਖਾਈ ਦਾ ਜ਼ਰੀਆ ਦਿੱਤਾ। ਹੁਣ ਮੈਂ ਕਿਸੇ ਲੈਵਲ ਤੇ ਜੇ ਪੇਰੈਂਟਸ ਦੇ ਖਿਲਾਫ ਗਿਆ ਤੇ ਉਹ ਇਸ ਤਰ੍ਹਾਂ ਨਹੀਂ ਗਿਆ ਕਿ ਮੈਂ ਪੇਰੈਂਟਸ ਨੂੰ ਕਿਹਾ ਕਿ ਮੈਂ ਪੜ੍ਹਨਾ ਹੀ ਨਹੀਂ। ਮੈਨੂੰ ਲੱਗਿਆ ਕਿ ਵੀ ਸ਼ਾਇਦ ਮੈਂ ਆਪਣੀ ਇੰਟੈਲੈਕਚੁਅਲਿਟੀ ਨੂੰ ਕਿਸ ਤਰ੍ਹਾਂ ਪੋਲਿਸ਼ ਕਰਨਾ ਹੈ, ਤੇ ਉਹ ਅੱਜ ਇਸ ਗੱਲ ਨੂੰ ਸਮਝ ਵੀ ਗਏ, ਉਹ ਇਸ ਗੱਲ ਨੂੰ ਅੱਜ ਮੰਨਦੇ ਵੀ ਹੈ ਤੇ ਬੜੇ ਮਾਣ ਨਾਲ ਆ ਕਹਿੰਦੇ ਆ ਕਿ ਵੀ ਸਾਡਾ ਬੇਟਾ ਜੋ ਹੈ ਪ੍ਰੋਫੈਸਰ ਹੈ। ਉਹ ਕਈ ਵਾਰੀ ਕੁਝ ਗੱਲਾਂ ਹੁੰਦੀਆਂ, ਕੁਝ ਅਵੇਅਰਨੈਸ ਲੈਵਲ ਉਹ ਕਮੀ, ਉਹ ਵੱਖਰੀ ਸਟੇਜ ਹੈ। ਬਟ ਅੱਜ ਕੱਲ੍ਹ ਦੀ ਜੋ ਜਨਰੇਸ਼ਨ ਹੈ, ਜੋ ਅੱਜ ਐਗਜ਼ਿਸਟਿੰਗ ਟ੍ਰੈਂਡ ਹੈ, ਉਹ ਇਹੀ ਹੋਇਆ ਕਿ ਬੱਚੇ ਕਈ ਵਾਰ ਆ ਸੋਚਦੇ ਆ ਕਿ ਵੀ ਪੇਰੈਂਟਸ ਨੂੰ ਇੰਨੀ ਕੋਈ ਗੱਲ ਨਹੀਂ ਪਤਾ, ਬਟ ਹਾਲਾਤ ਦੇਖ ਲੈਣੇ ਚਾਹੀਦੇ ਆ। ਮੇਰਾ ਇੱਕ ਐਸੇ ਤਰ੍ਹਾਂ ਜੀ ਸਟੂਡੈਂਟ ਸੀਗਾ, ਉਹ ਐਮਏ ਇੰਗਲਿਸ਼ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੜ੍ਹਨ ਲੱਗਾ ਅਤੇ ਬਹੁਤ ਅੱਛਾ ਉੱਥੇ ਪਰਫੋਰਮ ਕਰ ਰਿਹਾ ਸੀਗਾ। ਅਤੇ ਉਹਨੇ ਕਦੀ ਜ਼ਿੰਦਗੀ 'ਚ ਸੋਚਿਆ ਵੀ ਨਹੀਂ ਸੀਗਾ ਕਿ ਉਹਨੂੰ ਪੰਜਾਬ ਪੁਲਿਸ ਵਿੱਚ ਜੋਬ ਮਿਲ ਜਾਏਗੀ। ਅਤੇ ਐਸੇ ਦੌਰਾਨ ਉਹਨੇ ਕੁਝ ਟਰਾਇਲਸ ਵਗੈਰਾ ਦਿੱਤੇ ਅਤੇ ਉਹ ਆਫਿਸ ਜੋਬ ਹੀ ਹੈ ਉਹਦੀ, ਕਿਉਂਕਿ ਉਹ ਅੱਛਾ ਪੜ੍ਹਿਆ ਲਿਖਿਆ ਸੀਗਾ, ਉਹਨਾਂ ਨੂੰ ਆਫਿਸ ਜੋਬ ਦੇ ਦਿੱਤੀ। ਅਤੇ ਉਹਦਾ ਮੈਨੂੰ ਫੋਨ ਆਇਆ ਕਿ ਵੀ ਸਰ ਮੈਂ ਹੁਣ ਕੀ ਕਰਾਂ, ਕਿ ਮੈਨੂੰ ਹੁਣ ਪੰਜਾਬ ਯੂਨੀਵਰਸਿਟੀ 'ਚ ਮੇਰੀ ਸਿਲੈਕਸ਼ਨ ਹੋ ਗਈ ਹੈ ਅਤੇ ਜੋਬ ਹੈ, ਮੈਨੂੰ ਕਰ ਲੈਣੀ ਚਾਹੀਦੀ ਹੈ। ਅਤੇ ਮੈਨੂੰ ਘਰ ਦੇ ਹਾਲਾਤ ਪਤਾ ਸੀਗੇ ਕਿ ਥੋੜ੍ਹਾ ਜਿਹਾ ਉਹਨਾਂ ਦਾ ਜ਼ਮੀਨ ਦਾ ਹੈਗਾ ਕੰਮ, ਅਤੇ ਮੈਂ ਕਿਹਾ ਪੇਪਰ ਕਿੰਨੇ ਰਹਿ ਗਏ, ਉਹਦੇ 1 ਸਮੈਸਟਰ ਦੇ ਪੇਪਰ ਰਹੇ, 1 ਸਮੈਸਟਰ ਮੇਰਾ ਰਹਿ ਗਿਆ ਜੀ। ਮੈਂ ਕਿਹਾ ਕੋਈ ਗੱਲ ਨਹੀਂ, ਸਮੈਸਟਰ ਆ ਛੱਡ ਕੇ ਤੁਸੀਂ ਕੋਰਸਪੋਂਡੈਂਸ ਜਾਂ ਪ੍ਰਾਈਵੇਟ ਦੇ ਸਕਦੇ ਹੋ। ਉਹਦੇ ਦੇ ਸਕਦਾ। ਮੈਂ ਕਿਹਾ ਨੌਕਰੀ ਕਰ ਲਓ। ਉਹਦੇ ਜੀ ਮੇਰੇ ਕੁਝ ਟੀਚਰਸ ਹੈ, ਉਹ ਮੈਨੂੰ ਕਹਿ ਰਹੇ ਆ ਕਿ ਵੀ ਪੰਜਾਬ ਪੁਲਿਸ ਵਿੱਚ ਰਹਿ ਕੇ ਕੀ ਕਰੇਗਾ। ਅਤੇ ਅੱਜ ਜਦ ਮੈਂ ਉਹਨੂੰ ਆਹ ਗੱਲ ਕਹੀ ਕਿ ਵੀ ਤੁਸੀਂ ਸਿੰਗਲ ਮਾਈਂਡਡਲੀ ਮੇਰੀ ਗੱਲ ਨੂੰ ਫੋਲੋ ਕਰੋ ਜਾਂ ਫਿਰ ਤੁਸੀਂ ਸਾਰਿਆਂ ਦੀ ਫੋਲੋ ਕਰਕੇ ਕਨਫਿਊਜ਼ ਹੋ ਜਾਓ। ਸੋ ਬੋਲਦਾ ਸਰ ਮੈਂ ਤੁਹਾਡੀ ਗੱਲ ਫੋਲੋ ਕਰਾਂਗਾ। ਨਾਓ ਹੀ ਇਜ਼ ਹੈਵਿੰਗ ਐਨ ਆਫਿਸ ਜੋਬ, ਆਪਣੀ ਐਮਏ ਵੀ ਪੂਰੀ ਕਰ ਰਹੀ ਅਤੇ ਹੁਣ ਐਮਫਿਲ ਵੀ ਕਰ ਰਿਹਾ ਨਾਲ ਦੇ ਨਾਲ। ਸੋ ਇੱਕ ਆ ਵੀ ਹੈ ਕਿ ਵੀ ਕਿਸੇ ਲੈਵਲ 'ਤੇ ਅਸੀਂ ਇੱਕ ਫੈਸਿਲੀਟੇਟਰ ਬਣਦੇ ਹਾਂ। ਅਤੇ ਉਸ ਤੋਂ ਇਲਾਵਾ ਉਹ ਘਰ 'ਚ ਜਦ ਤਨਖਾਹ ਲੈ ਕੇ ਜਾਂਦਾ ਹੈ ਆਪਣਾ 35-40 ਹਜ਼ਾਰ ਰੁਪਇਆ, ਅਤੇ ਘਰ ਦਾ ਇੱਕ ਸਪੋਰਟ ਵੀ ਹੋ ਗਈ। ਸੋ ਕਿਸੇ ਲੈਵਲ 'ਤੇ ਸਾਨੂੰ ਹਾਲਾਤ ਵੀ ਦੇਖਣੇ ਪੈਂਦੇ, ਘਰ ਦੇ ਹਾਲਾਤ, ਅਤੇ ਆਹ ਸਾਰੀਆਂ ਚੀਜ਼ਾਂ ਨੂੰ ਅਸੀਂ ਬੈਲੇਂਸ ਕਰਕੇ ਹੀ ਲਾਈਫ ਨੂੰ ਜੀ ਸਕਦੇ ਹਾਂ। ਸੋ ਐਜੂਕੇਸ਼ਨ ਆਪਣੀ ਸਾਨੂੰ ਜ਼ਰੂਰ ਲੈਣੀ ਚਾਹੀਦੀ। ਕਿਤੇ ਕੋਈ ਇੰਟਰਪਸ਼ਨ ਹੋ ਜਾਏ ਐਜੂਕੇਸ਼ਨ ਵਿੱਚ, ਸੋ ਸਾਡੇ ਕੋਲ ਮੀਡੀਅਮ ਹੈ ਪ੍ਰਾਈਵੇਟ ਕੋਰਸਪੋਂਡੈਂਸ, ਕੋਈ ਜੋ ਨਿਖਰਨਾ ਹੈ ਜੀ, ਜੋ ਸਿਤਾਰਾ ਹੈ ਜਿਹਨੇ ਚਮਕਣਾ ਹੈ, ਉਹਨੇ ਬਾਉਂਡਰੀ ਲਾਈਨ ਤੋਂ ਵੀ ਲਿਸ਼ਕੋਰੇ ਮਾਰਨੇ, ਅਤੇ ਜਿਹਨੇ ਨਹੀਂ ਚਮਕਣਾ ਉਹਦੇ ਉੱਪਰ ਭਾਵੇਂ ਤੁਸੀਂ ਜਿੰਨਾ ਮਰਜ਼ੀ ਪੇਂਟ ਰੋਗਨ ਕਰੀ ਜਾਓ ਜੀ, ਉਹਨੇ ਨਹੀਂ ਚਮਕਣਾ। ਸੋ ਆਹ ਵੀ ਗੱਲ ਹੈ, ਜੋ ਬੰਦਾ ਸਟਾਰ ਹੈ, ਸਟਾਰ ਪਰਫਾਰਮਰ ਹੈ, ਉਹਨੂੰ ਕੋਈ ਕਹਿਣ ਦੀ ਲੋੜ ਨਹੀਂ ਹੈ, ਉਹਨੇ ਆਊਟਸ਼ਾਈਨ ਕਰਨਾ ਹੀ ਕਰਨਾ ਹੈ। ਡਾਕਟਰ ਖੰਨਾ, ਤੁਸੀਂ ਆਪਣੀ PhD ਕਿਸ ਵਿਸ਼ੇ ਦੇ ਉੱਤੇ ਮੁਕੰਮਲ ਕੀਤੀ ਔਰ ਕਿਹੜੇ ਗਾਈਡ ਨਾਲ ਕੀਤੀ, ਉਹਦੇ ਬਾਰੇ ਜਰਾ ਸਾਨੂੰ ਜ਼ਰੂਰ ਦੱਸੋ। ਡਾਕਟਰ ਸਾਹਿਬ ਮੈਂ PhD ਵੈਸੇ ਤਾਂ ਥੋੜ੍ਹਾ ਡਿਲੇ ਕਰਕੇ ਜਦ ਫੈਮਿਲੀ ਦੇ ਰਜੇਵੇਂ ਥੋੜ੍ਹੇ ਮੈਂ ਨਿਬੇੜ ਲਏ, ਕੁਛ ਮੈਂ ਆਪ ਵੀ ਟਾਈਮ ਦੇ ਸਕਦਾ ਸੀਗਾ, ਉਸ ਤੋਂ ਬਾਅਦ ਮੈਂ PhD ਕਰਨ ਦਾ ਫੈਸਲਾ ਕੀਤਾ।
ਤੇ ਮੈਂ ਅੰਡਰ ਗਾਈਡਸ਼ਿਪ ਡਾਕਟਰ ਜਪਪ੍ਰੀਤ ਕੌਰ ਭਾਂਗੂ ਵਰਾਂ ਦੇ ਅੰਡਰ ਗਾਈਡੈਂਸ ਤੇ ਮੈਂ ਆਪਣੀ PhD ਕੀਤੀ। ਮੇਰਾ ਟੌਪਿਕ ਮਿਥਸ ਰਿਐਲਿਟੀ ਐਂਡ ਰਿਲੀਜਨ ਇਨ ਦ ਸਿਲੈਕਟਡ ਵਰਕਸ ਆਫ MG ਵਸਾਂਜੀ ਐਂਡ ਗੀਤਾ ਹਰੀਹਰਨ। ਆ ਮੇਰਾ PhD ਦਾ ਟੌਪਿਕ ਸੀਗਾ। 2018 ਚ ਮੈਨੂੰ ਆ PhD ਅਵਾਰਡ ਹੋਈ ਹੈ। ਤੇ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਡਾਕਟਰ ਜਪਪ੍ਰੀਤ ਵਰਾਂ ਦਾ ਵੀ ਮੇਰੀ ਜ਼ਿੰਦਗੀ 'ਚ ਇੱਕ ਬਹੁਤ ਵੱਡਾ ਤੇ ਇੱਕ ਅਹਿਮ ਰੋਲ ਹੈ। ਉਹਨਾਂ ਨੇ ਵੀ ਮੈਨੂੰ ਟਾਈਮ ਤੇ ਕਈ ਵਾਰ ਕਈ ਪੋਜ਼ੀਟਿਵ ਵੈਲਿਊਜ਼, ਕਈ ਗੱਲਾਂ, ਕਈ ਮੈਨੂੰ ਕਰੀਅਰ ਵਿੱਚ ਜਾਂ ਫਿਰ ਪ੍ਰਮੋਸ਼ਨ ਦੇ ਟਾਈਮ ਵੀ ਜਾਂ ਫਿਰ ਕਾਲਜ ਸਿਲੈਕਸ਼ਨ ਆਪਣੀ ਕਰੀਅਰ ਦੇ ਦੌਰਾਨ ਬਹੁਤ ਜਗ੍ਹਾ ਮੇਰੀ ਹੈਲਪ ਕੀਤੀ ਹੈ। ਤੇ ਹਜੇ ਵੀ ਮੇਰਾ ਕੁਝ ਇਸ ਤਰ੍ਹਾਂ ਦਾ ਹੀ ਸੰਬੰਧ ਹੈ ਕਿ ਵੀ ਮੈਂ ਉਹਨਾਂ ਨੂੰ ਆ ਨਹੀਂ ਕਹਿ ਸਕਦਾ ਕਿ ਉਹ ਮੇਰੇ ਇੱਕ ਪਰਿਵਾਰ ਦੇ ਮੈਂਬਰ ਨਹੀਂ ਹੈ, ਰਾਦਰ ਮੈਂ ਉਹਨਾਂ ਦੇ ਪਰਿਵਾਰ ਦਾ ਇੱਕ ਮੈਂਬਰ ਬਣ ਕੇ ਰਹਿ ਗਿਆ ਹਾਂ, ਕਿਉਂਕਿ ਮੇਰਾ ਇੱਕ ਬਹੁਤ ਹੀ ਅੱਛਾ ਤੇ ਬੜਾ ਹੀ ਇੱਕ ਇੰਟੈਲੈਕਚੁਅਲ ਵੀ ਤੇ ਇੱਕ ਘਰੇਲੂ ਵੀ ਰਿਸ਼ਤਾ ਬਣ ਗਿਆ ਹੈ ਮੈਡਮ ਨਾਲ। ਤੇ ਮੈਂ ਹਮੇਸ਼ਾ ਹੀ ਉਹਨਾਂ ਦਾ ਜੋ ਯੋਗਦਾਨ ਹੈ ਮੇਰੀ ਲਾਈਫ ਵਿੱਚ ਉਹਨੂੰ ਕਦੀ ਨਹੀਂ ਭੁੱਲ ਸਕਦਾ। ਬਹੁਤ ਖੂਬ। PhD ਦੇ ਗਾਈਡ ਹਮੇਸ਼ਾ ਹੀ ਯਾਦ ਰਹਿੰਦੇ ਨੇ, ਕਿਉਂਕਿ ਜਿਸ ਸਮੇਂ ਤੁਸੀਂ ਬੈਠੇ ਹੋ ਉਹਨਾਂ ਦਾ ਤੁਹਾਡੀ PhD ਦਾ ਇਹਦੇ ਵਿੱਚ ਬਹੁਤ ਵੱਡਾ ਰੋਲ ਆਪਾਂ ਕਹਿ ਸਕਦੇ ਹਾਂ ਹਾਇਰ ਐਜੂਕੇਸ਼ਨ ਦੇ ਵਿੱਚ ਜਦੋਂ ਅਸੀਂ ਟੀਚ ਕਰਦੇ ਹਾਂ। ਤੁਸੀਂ ਬਹੁਤ ਸਾਰੀਆਂ ਗੱਲਾਂ ਕਰ ਲਈਆਂ, ਲੇਕਿਨ ਇੱਕ ਗੱਲ ਤੁਸੀਂ ਸ਼ਾਇਦ ਭੁੱਲ ਗਏ ਕਿ ਤੁਹਾਡੇ ਹਮਸਫਰ ਬਾਰੇ ਤੁਸੀਂ ਅਜੇ ਤੱਕ ਸਾਨੂੰ ਕੁਝ ਨਹੀਂ ਦੱਸਿਆ, ਉਹ ਵੀ ਸਾਨੂੰ ਜ਼ਰੂਰ ਜਾਣੂ ਕਰਾਓ। ਮੈਂ ਭੁੱਲਿਆ ਨਹੀਂ ਸਰ, ਮੈਂ ਕੁਝ ਇਹਨੂੰ ਵੱਖਰੇ ਤੌਰ ਤੇ ਕਹਿਣਾ ਚਾਹੁੰਦਾ ਸੀਗਾ। ਮੇਰੇ ਹਮਸਫਰ, ਮੇਰੇ ਵਾਈਫ, ਮੇਰੇ ਬੈਟਰ ਹਾਫ ਮਿਸਿਸ ਪੂਜਾ ਚੱਡਾ, ਜੋ ਕਿ ਮੇਰੇ ਜੂਨੀਅਰ ਹੀ ਸੀਗੇ ਕਾਲਜ ਟਾਈਮ ਤੇ। ਮੈਂ ਗ੍ਰੈਜੂਏਸ਼ਨ ਸਾਇੰਸ ਵਿੱਚ ਕੀਤੀ ਤੇ ਉਸ ਤੋਂ ਬਾਅਦ ਮੈਂ ਫਿਰ MA ਕਰਨ ਚਲਾ ਗਿਆ। ਉਸ ਤੋਂ ਬਾਅਦ ਜਦ ਮੈਂ ਆਪਣੀ ਕਰੀਅਰ ਵਿੱਚ ਆਇਆ, ਜਾਂ ਕੁਝ ਕਹਿ ਸਕਦੇ ਹੋ ਕਿ ਵੀ ਇੱਕ ਮੋਟੀਵੇਸ਼ਨਲ ਵੈਲਿਊ ਕੁਝ ਅਚੀਵ ਕਰਨ ਦੀ ਉਹਨਾਂ ਦੇ ਥਰੂ ਆਈ, ਕਿਉਂਕਿ ਮੇਰੀ ਮੈਰਿਜ ਮੇਰੀ ਆਪਣੀ ਚੋਇਸ ਦੀ ਹੈ। ਤੇ ਇੱਕ ਹਾਂਜੀ, ਤੇ ਮੇਰਾ ਇੱਕ ਆਪਣਾ ਕਰੀਅਰ ਜਲਦੀ ਬਣਾਉਣ ਦਾ ਤੇ ਬਖੂਬੀ ਬਣਾਉਣ ਦਾ ਇੱਕ ਕਾਰਨ ਆ ਵੀ ਸੀਗਾ ਕਿ ਮੈਂ ਲਾਈਫ ਵਿੱਚ ਸੈਟਲ ਹੋਣਾ ਸੀਗਾ, ਮੈਂ ਕੁਝ ਅਚੀਵ ਕਰਨਾ ਸੀਗਾ। ਸੋ ਮੈਂ ਇੱਕ ਮੈਸੇਜ ਵੀ ਇਸ ਥਰੂ ਦੇਣਾ ਚਾਹੁੰਦਾ ਹਾਂ ਟੂ ਆਲ ਯੰਗਸਟਰਸ। ਕਈ ਵਾਰ ਆ ਹੁੰਦਾ ਹੈ ਕਿ ਬੱਚੇ ਚਲੋ ਮੈਂ ਤੇ ਆਪਣੀ ਲਾਈਫ ਵਿੱਚ ਬੜੀ ਮੈਚਿਓਰਿਟੀ ਹਾਸਿਲ ਕਰ ਲਈ, ਜਦ ਮੈਂ ਕਰੀਅਰ 'ਚ ਆ ਗਿਆ ਉਦੋਂ ਹੀ ਮੈਂ ਮੈਰਿਜ ਕਰਨ ਦਾ ਫੈਸਲਾ ਕੀਤਾ। ਬਟ ਕਈ ਵਾਰੀ ਬੱਚੇ ਆਪਣਾ ਮੇਨ ਮਕਸਦ ਲਾਈਫ ਦਾ ਭੁੱਲ ਜਾਂਦੇ ਹੈ। ਇਹਨੂੰ ਵੀ ਬੜਾ ਇੱਕ ਪੋਜ਼ੀਟਿਵਲੀ ਲੈਣ ਦੀ ਗੱਲ ਹੈ। ਜੇ ਤੁਸੀਂ ਕਿਸੇ ਨੂੰ ਆਪਣੀ ਲਾਈਫ ਦਾ ਹਿੱਸਾ ਬਣਾਉਣਾ ਹੈ, ਤੁਸੀਂ ਸਾਰੀ ਉਮਰ ਉਹਦੇ ਨਾਲ ਰਹਿਣਾ ਹੈ, ਤੁਸੀਂ ਉਹਦੇ ਵਾਸਤੇ ਬਹੁਤ ਕੁਝ ਅਚੀਵ ਵੀ ਕਰਨਾ ਹੈ, ਤਾਂ ਕਿ ਇੱਕ ਕੰਫਰਟ ਲੈਵਲ ਤੁਹਾਡਾ ਵੀ ਹੋਏ ਤੇ ਉਹਦਾ ਵੀ ਹੋਏ, ਫਾਈਨੈਂਸ਼ੀਅਲੀ ਵੀ ਤੇ ਤੁਹਾਡੇ ਕਰੀਅਰ ਪੱਖੋਂ ਵੀ, ਤੇ ਤੁਸੀਂ ਇੱਕ ਦੂਸਰੇ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਸਕਦੇ ਹੋ। ਤੇ ਮੈਂ ਵੀ ਆ ਚੀਜ਼ ਆਪਣੇ ਵਾਈਫ ਨੂੰ ਜਦ ਮੈਂ ਇੱਕ ਬੜੀ ਪੋਜ਼ੀਟਿਵ ਮੋਟੀਵੇਸ਼ਨਲ ਫੋਰਸ ਮੰਨਿਆ, ਤੇ ਮੈਂ ਹਾਸਿਲ ਸਾਰਾ ਕੁਝ ਕਹਿ ਲਓ ਕਿ ਵੀ ਇੱਕ ਮੋਟੀਵੇਸ਼ਨਲ ਤਰੀਕੇ ਨਾਲ ਤਾਂ ਹੀ ਕੀਤਾ ਹੈ, ਕਿਉਂਕਿ ਮੈਨੂੰ ਲੱਗਦਾ ਸੀਗਾ ਪਹਿਲੇ ਮੈਂ ਆਪ ਸੈਟਲ ਹੋਵਾਂਗਾ ਤਾਂ ਹੀ ਹੈ। ਸੋ ਇੱਕ ਮੈਸੇਜ ਵੀ ਹੈ ਸਾਰਿਆਂ ਵਾਸਤੇ। ਆਊਟ ਆਫ ਆਵਰ ਅਕੈਡਮਿਕ ਰੂਟੀਨ, ਕਈ ਵਾਰ ਬੱਚਿਆਂ ਦਾ ਇੱਕ ਮਾਨਸਿਕ ਅਵਸਥਾ ਇਸ ਤਰ੍ਹਾਂ ਦੀ ਹੁੰਦੀ ਹੈ, ਉਹਨਾਂ ਨੂੰ ਲੱਗਦਾ ਹੈ ਕਿ ਹੁਣ ਕਿਹੜਾ ਮੇਰਾ ਅਜੇ ਕਰੀਅਰ ਬਣਿਆ ਪਿਆ, ਮੈਂ ਕਿੰਨੀ ਦੇਰ ਵੇਟ ਕਰਾਂ। ਆ ਸਭ ਕੁਝ ਤੁਸੀਂ ਆਪ ਹੀ ਮੈਨੇਜ ਕਰਨਾ ਹੈ। ਇਫ ਯੂ ਰੀਅਲੀ ਹੈਵ ਟੂ ਗਿਵ a better lifestyle to someone, for that you have to achieve something in your life. So ਉਸ ਤੋਂ ਬਾਅਦ ਹੁਣ ਮੇਰੀਆਂ ਦੋ ਬੱਚੀਆਂ ਨੇ। ਮੇਰੀ ਬੇਟੀ 13 ਸਾਲ ਦੀ ਹੈ, ਮਿਸ਼ਟੀ, ਵੱਡੀ ਬੇਟੀ, ਤੇ ਛੋਟੀ ਬੇਟੀ ਮੇਰੀ ਧਰੁਵਿਕਾ, ਉਹ 8 ਇਅਰਸ ਦੀ ਹੈ। ਸੋ ਵੱਡੀ ਬੇਟੀ ਮੇਰੀ 8th ਸਟੈਂਡਰਡ 'ਚ ਹੈ, ਛੋਟੀ 3rd ਸਟੈਂਡਰਡ 'ਚ ਹੈ, ਤੇ ਬਹੁਤ ਅੱਛਾ ਲਾਈਫ ਦਾ ਰੂਟੀਨ ਚੱਲ ਰਿਹਾ। ਮਦਰ ਫਾਦਰ ਮੇਰੇ ਘਰੇ ਨੇ, ਸਾਡੀ ਇੱਕ ਜੁਆਇੰਟ ਫੈਮਿਲੀ ਹੈ। ਫਾਦਰ ਮੇਰੇ ਬੈਂਕ ਤੋਂ ਰਿਟਾਇਰਡ ਨੇ, ਮੰਮਾ ਮੇਰੇ ਉਹ ਘਰੇ ਹੋਮ ਮੇਕਰ ਨੇ। ਸੋ ਇਸ ਤਰ੍ਹਾਂ ਇੱਕ ਬਹੁਤ ਹੀ ਵਧੀਆ ਸਕੂਨ ਵਾਲੀ ਜ਼ਿੰਦਗੀ ਚੱਲ ਰਹੀ ਹੈ, ਤੇ ਉਮੀਦ ਕਰਦਾ ਹਾਂ ਕਿ ਇਸ ਤਰ੍ਹਾਂ ਹੀ ਸਾਥ ਬਣਿਆ ਰਹੇਗਾ। ਬਹੁਤ ਅੱਛੇ, ਬਹੁਤ ਅੱਛੇ, ਬਹੁਤ ਚੰਗਾ ਲੱਗਿਆ ਤੁਹਾਡੇ ਇਸ ਫੈਮਿਲੀ ਦੇ ਇਸ ਪਾਰਟ ਨੂੰ ਜਾਣ ਕੇ। ਤੁਸੀਂ ਬੜੇ ਖੁੱਲ੍ਹੇ ਅੰਦਾਜ਼ ਦੇ ਵਿੱਚ ਸਾਰੀਆਂ ਗੱਲਾਂ ਸਾਡੇ ਨਾਲ ਕੀਤੀਆਂ। ਤੇ ਪ੍ਰੋਫੈਸ਼ਨ ਵਜੋਂ ਮੈਂ ਦੱਸਣਾ ਚਾਹਾਂਗਾ, ਮੇਰੇ ਵਾਈਫ ਜੋ ਹੈ ਉਹ ਲੈਕਚਰਰ ਨੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ, ਬਤੌਰ ਲੈਕਚਰਰ ਬਾਇਓ ਉੱਥੇ ਸੇਵਾ ਨਿਭਾ ਰਹੇ ਨੇ। ਫਿਰੋਜ਼ ਸ਼ਾਹ ਵਿੱਚ ਉਹਨਾਂ ਦੀ ਪੋਸਟਿੰਗ ਹੈ। ਤੇ ਉਹਨਾਂ ਦਾ ਵੀ ਕੁਝ ਇਸ ਤਰ੍ਹਾਂ ਲਿਟਰਰੀ ਬੈਂਡ ਹੈ, ਤੇ ਅਸੀਂ ਆਪਸ 'ਚ ਕਈ ਵਾਰੀ ਤੁਹਾਡੀਆਂ ਇੰਟਰਵਿਊਜ਼ ਜਾਂ ਤੁਹਾਡੇ ਕਈ ਵੀਡੀਓਜ਼ ਵੀ ਆਪਸ 'ਚ ਸ਼ੇਅਰ ਕਰਦੇ ਹਾਂ, ਤੇ ਬਹੁਤ ਇੰਜੋਏ ਕਰਦੇ ਹਾਂ। ਸੋ ਇਸ ਤਰ੍ਹਾਂ ਵੀ ਇੱਕ ਸਾਡਾ ਇੱਕ ਤਾਲਮੇਲ ਬਹੁਤ ਬਣਿਆ। ਹਾਲਾਂਕਿ ਉਹ ਸਾਇੰਸ ਬੈਕਗਰਾਊਂਡ ਦੇ ਹੈ ਤੇ ਮੈਂ ਲੈਂਗੁਏਜਿਸ ਦਾ, ਬਟ ਫਿਰ ਵੀ ਸਾਡਾ ਇੱਕ ਤਾਲਮੇਲ ਲਿਟਰਰੀ ਹਵਾਲੇ ਨਾਲ ਬਹੁਤ ਸਾਂਝਾ ਤੇ ਇੱਕ
ਬ੍ਰਿਜਿੰਗ ਦਾ ਗੈਪ ਵਰਗਾ ਕੰਮ ਕਰਦਾ ਹੈ। ਸੋ ਆ ਮੇਰੀਆਂ ਕੁਝ ਗੱਲਾਂ ਹੈ ਡਾਕਟਰ ਸਾਹਿਬ। ਮੈਂ ਵੈਸੇ ਤਾਂ ਐਂਡ ਵੱਲ ਜਾ ਰਿਹਾ ਸੀ, ਪਰ ਮੈਨੂੰ ਲੱਗਿਆ ਕਿ ਤੁਹਾਡੀ ਲਾਈਫ ਦਾ ਇੱਕ ਫੇਜ਼ ਮੈਂ ਮਿਸ ਕਰ ਗਿਆ। ਤੁਸੀਂ ਜੀ ਸਰ। ਕਾਲਜ ਯੂਨੀਵਰਸਿਟੀ ਲੈਵਲ ਤੇ ਕੋ ਕਰਿਕੂਲਰ ਐਕਟੀਵਿਟੀਜ਼ ਦੇ ਵਿੱਚ ਕਾਫੀ ਸਰਗਰਮ ਰਹੇ ਹੋ। ਤੁਸੀਂ ਜੀ ਨਾਟਕ ਸਰ। ਵੀ ਖੇਡੇ ਨੇ, ਮੈਂ ਸਵਾਲ ਨਹੀਂ ਕਰਦਾ ਤੁਹਾਨੂੰ। ਮੈਂ ਚਾਹਾਂਗਾ ਕਿ ਉਹਦੇ ਬਾਰੇ ਸੰਖੇਪ ਜੀ ਗੱਲ ਕਰਕੇ ਤੇ ਉਹਦਾ ਇੱਕ ਇੱਕ ਨਮੂਨਾ ਜਿਹੜਾ ਹੈ ਜ਼ਰੂਰ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ, ਸਰੋਤਿਆਂ ਨੂੰ ਸੁਣਾਓ। ਕੋਈ ਮਿਮਿਕਰੀ ਦੀ ਡਾਕਟਰ ਸਾਹਿਬ। ਆਈਟਮ, ਕੋਈ ਪੋਇਮ, ਇਹ ਜਿੱਥੇ ਜਿੱਥੇ ਵੀ ਤੁਹਾਡੀ ਕਲਾਕਾਰੀ ਤੁਸੀਂ ਕਰਦੇ ਰਹੇ ਹੋ। ਹਾਂਜੀ ਡਾਕਟਰ ਸਾਹਿਬ, ਇਸ ਤਰ੍ਹਾਂ ਸੀ ਕਿ ਮੈਨੂੰ ਮਿਮਿਕਰੀ ਦਾ ਸ਼ੌਕ ਰਿਹਾ, ਤੇ ਪਰ ਵੱਡੇ ਲੈਵਲ ਤੇ ਜੋ ਐਕਸਪੋਜ਼ਰ ਕਿਸੇ ਬੰਦੇ ਨੂੰ ਮਿਲਦਾ ਹੈ ਜੀ, ਉਹ ਹੈ ਯੂਨੀਵਰਸਿਟੀ ਜਾ ਕੇ। ਮੈਂ ਆ ਨਹੀਂ ਕਹਾਂਗਾ ਹੁਣ ਆਪਾਂ ਤੇ ਇਨਵਾਈਟ ਕਰਦੇ ਹਾਂ ਬੱਚਿਆਂ ਨੂੰ ਕਿ ਵੀ ਤੁਸੀਂ ਪੋਸਟ ਗ੍ਰੈਜੂਏਸ਼ਨ ਸਾਡੇ ਤੋਂ ਕਰੋ, ਬਟ ਜੇ ਮੈਨੂੰ ਕੋਈ ਬੱਚਾ ਆ ਪੁੱਛੇ ਕਿ ਵੀ ਮੈਂ ਪੋਸਟ ਗ੍ਰੈਜੂਏਸ਼ਨ ਕਰਨੀ ਹੈ ਐਂਡ ਆਈ ਹੈਵ ਗੋਟ ਅ ਚੋਇਸ ਕਿ ਮੈਂ ਯੂਨੀਵਰਸਿਟੀ ਜਾਵਾਂ ਕਿ ਵੀ ਕਾਲਜ ਜਾ ਕੇ ਕਰ ਲਾਂ, ਤੇ ਮੈਂ ਆਪਣੀਆਂ ਅੱਖਾਂ ਬੰਦ ਕਰਕੇ ਉਹਨੂੰ ਕਹਿ ਦਾਂਗਾ ਬਾਈ ਤੂੰ ਯੂਨੀਵਰਸਿਟੀ ਜਾ। ਜੋ ਇੱਕ ਯੂਨੀਵਰਸਿਟੀ ਇੱਕ ਮੀਡੀਅਮ, ਇੱਕ ਪਲੇਟਫਾਰਮ ਹੈ, ਉਹ ਤੁਹਾਡੇ ਇੱਕ ਨਵੀਂ ਹੀ ਕਲਾ, ਨਵੇਂ ਹੀ ਟੈਲੈਂਟ ਨੂੰ, ਐਬਿਲਿਟੀ, ਕੈਪੇਬਿਲਿਟੀ ਨੂੰ ਇੰਨਾ ਕੁ ਜ਼ਿਆਦਾ ਐਕਸਪੋਜ਼ ਕਰਦਾ ਹੈ, ਕਿਉਂਕਿ ਉੱਥੇ ਇੱਕ ਤੁਹਾਡੇ ਕੋਲ ਆਪਣੀ ਫਰੀਡਮ ਆਫ ਚੋਇਸ ਹੁੰਦੀ ਹੈ। ਤੇ ਮੇਰਾ ਐਕਟਿੰਗ ਵਿੱਚ ਸ਼ੁਰੂ ਤੋਂ ਸਕੂਲ ਲੈਵਲ ਤੇ ਇਨਕਲੀਨੇਸ਼ਨ ਸੀਗਾ। ਮੈਂ ਕੁਝ ਇੰਗਲਿਸ਼ ਦੇ, ਹਿੰਦੀ ਦੇ ਪਲੇਸ ਕੀਤੇ, ਤੇ ਕੁਝ ਥੋੜੀ ਬਹੁਤੀ ਕਿਸੇ ਨਾ ਕਿਸੇ ਫੰਕਸ਼ਨ ਤੇ, ਕੋਈ ਫੇਅਰਵੈਲ ਪਾਰਟੀ, ਫਰੈਸ਼ਰ ਪਾਰਟੀ ਜਾਂ ਡਿਪਾਰਟਮੈਂਟਲ ਕੋਈ ਵੀ ਫੰਕਸ਼ਨ ਤੇ ਮੈਂ ਛੋਟੀ ਮੋਟੀ ਮਿਮਿਕਰੀ ਕੁਝ ਇਸ ਤਰ੍ਹਾਂ ਦੀ ਕਰਦਾ ਰਿਹਾ। ਤੇ ਬਾਅਦ ਵਿੱਚ ਜਾ ਕੇ ਵੱਡੇ ਪੱਧਰ ਤੇ ਮੈਂ ਇੰਗਲਿਸ਼ ਡਿਪਾਰਟਮੈਂਟ ਵੱਲੋਂ ਇੱਕ ਜੋ ਮੈਨੂੰ ਯਾਦ ਆਉਂਦਾ ਹੈ, ਜੋ ਕੋਈ ਜ਼ਿਆਦਾ ਕੋਈ ਫੇਮਸ ਗੱਲ ਹੋਈ, ਉਹ ਮੈਂ ਪਲੇ ਕੀਤਾ। ਉਹ ਫਾਈਨਲ ਸੋਲਿਊਸ਼ਨ ਸੀਗਾ ਜੀ ਮਹੇਸ਼ ਦੱਤਾਨੀ ਦਾ। ਉਹਦੇ 'ਚ ਮੈਂ ਇੱਕ ਮੁਸਲਿਮ ਫੰਡਾਮੈਂਟਲਿਸਟ ਜਾਵੇਦ ਦਾ ਕਰੈਕਟਰ ਕੀਤਾ ਸੀਗਾ। ਉਹ ਇੱਕ ਬਹੁਤ ਹੀ ਜ਼ਿਆਦਾ, ਉਹਨੇ ਮੈਨੂੰ ਯੂਨੀਵਰਸਿਟੀ 'ਚ ਕਹਿ ਲਓ ਕਿ ਜਾਵੇਦ ਦੇ ਨਾਮ ਨਾਲ ਫੇਮਸ ਕਰਤਾ। ਤੇ ਉਹ ਕਾਫੀ ਲੈਵਲ ਤੇ 3 ਦਿਨ ਸ਼ੋਅ ਚੱਲਿਆ ਤੇ ਕਾਫੀ ਲੋਕਾਂ ਨੇ ਦੇਖਿਆ। ਬੜੇ ਬੜੇ ਚੰਡੀਗੜ੍ਹ ਦੇ ਜੋ ਨਾਟ ਕਲਾ ਜਾਂ ਜੋ ਵੀ ਲਿਟਰੇਚਰ ਨੂੰ ਪੜ੍ਹਨ ਸਮਝਣ ਵਾਲੇ, ਪਿਆਰ ਕਰਨ ਵਾਲੇ ਸੀਗੇ, ਉਹ ਵੀ ਦੇਖਣ ਆਏ, ਤੇ ਉਹ ਕਾਫੀ ਐਪਰੀਸ਼ੀਏਟ ਕੀਤੀ ਗਈ ਐਫਰਟ। ਬਟ ਉੱਥੋਂ ਇੱਕ ਲਰਨਿੰਗ ਆ ਸੀਗੀ ਕਿ ਉਸ ਤੋਂ ਅੱਗੇ ਤੇ ਮੈਂ ਕੁਝ ਨਹੀਂ ਕਰ ਪਾਇਆ। ਜਦ ਮੈਂ ਸਕੂਲ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ ਤੇ ਮੈਂ ਇੱਕ ਉਸ ਚੀਜ਼ ਤੋਂ ਸੀਖ ਲੈਂਦੇ ਹੋਏ ਜਾਂ ਫਿਰ ਉਸ ਚੀਜ਼ ਤੋਂ ਇੱਕ ਲਰਨ ਕਰਦੇ ਹੋਏ, ਮੈਂ ਨਾਟਕ ਸਕੂਲ ਵਿੱਚ ਕਰਾਏ ਬਹੁਤ ਹੈ। ਉਹ ਬੱਚੇ ਮੈਨੂੰ ਹਜੇ ਵੀ, ਕੁਝ ਬੱਚੇ ਹੁਣ IAFS ਆਫਿਸਰ ਬਣ ਗਏ, ਕੁਝ IAS ਆਫਿਸਰ ਬਣ ਗਏ ਸਕੂਲ ਤੋਂ ਪੜ੍ਹੇ ਹੋਏ। ਉਹਨਾਂ ਨਾਲ ਜਦ ਵੀ ਕਦੀ ਕੰਟੈਕਟ ਕਰਦੇ ਆ, ਬੋਲਦੇ ਕਿ ਸਰ ਅਦਰ ਦੈਨ ਯੂਰ ਇੰਗਲਿਸ਼ ਟੀਚਿੰਗ ਵੀ ਰਿਮੈਂਬਰ how you taught us to act on stage. So that is also a different way of teaching learning. ਉਹਦੇ ਵਿੱਚ ਵੀ ਮੈਂ ਕੁਝ ਲੈਵਲ ਤੇ ਸਕਸੈਸਫੁਲ ਰਿਹਾ ਕਿ ਮੈਂ ਕੁਝ ਗੱਲਾਂ ਜੋ ਮੈਨੂੰ ਐਕਸਟੈਂਡ ਨਹੀਂ ਕਰ ਪਾਇਆ ਆਪਣੀ ਐਕਟਿੰਗ ਨੂੰ, ਤੇ ਫਿਰ ਉੱਥੇ ਫਿਰ ਮੈਂ ਡਾਇਰੈਕਟ ਕੀਤਾ, ਤੇ ਮੈਂ ਇੱਕ ਡਾਇਰੈਕਟਰ ਦਾ ਰੋਲ ਪਲੇ ਕੀਤਾ ਸਕੂਲ 'ਚ। ਤੇ ਉਸ ਤੋਂ ਬਾਅਦ ਜਦ ਮੈਂ ਹੁਣ ਕਾਲਜਿਸ ਵਿੱਚ ਯੂਥ ਫੈਸਟੀਵਲਸ 'ਚ ਆਇਆ, ਉਦੋਂ ਤੇ ਮੈਂ ਬਹੁਤਾ ਹਜੇ ਕੋਈ ਕੰਟਰੀਬਿਊਟ ਨਹੀਂ ਕਰ ਪਾਇਆ, ਬਟ ਮੈਨੂੰ ਲੱਗਦਾ ਹੈ ਕਿ ਵੀ ਤੁਹਾਡੇ ਇਨਫਲੂਐਂਸ ਵਿੱਚ ਆ ਕੇ ਹੁਣ ਆਉਣ ਵਾਲੇ ਯੂਥ ਫੈਸਟੀਵਲ 'ਚ ਹੁਣ ਮੈਂ ਅਗਲਾ ਪਲੇ ਡਾਇਰੈਕਟ ਜ਼ਰੂਰ ਕਰੂੰਗਾ। ਬਹੁਤ ਖੁਸ਼ੀ ਹੋਈ। ਮੈਂ ਗੱਲ ਕੀਤੀ ਸੀ ਕਿ ਤੁਸੀਂ ਕੋਈ ਉਹਦਾ ਜਿਹੜਾ ਹੈ ਨਾ ਨਮੂਨਾ ਜ਼ਰੂਰ ਦਿਖਾਓ, ਚਾਹੇ ਕੋਈ ਆਪਣੀ ਲਿਖੀ ਪੋਇਮ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰ ਲਓ, ਜਿਹੜੀ ਯਾਦ ਸਰ ਆਉਂਦੀ ਹੈ। ਜ਼ਰੂਰੀ ਨਹੀਂ ਹਿੰਦੀ, ਅੰਗਰੇਜ਼ੀ, ਹਿੰਦੀ, ਪੰਜਾਬੀ, ਜਿਹੜੀ ਵੀ ਤੁਹਾਨੂੰ ਯਾਦ ਆਉਂਦੀ ਹੈ। ਸਰ ਪੋਇਮ ਮੈਂ 1 ਮਿੰਟ ਥੋੜਾ ਸਰਫ ਕਰ ਲਾਂ। ਮੈਂ ਦੇਖਦਾ ਸਰ, ਕਿਉਂਕਿ ਮੈਨੂੰ ਕੁਝ ਵਰਡਸ ਇੱਧਰ ਤੇ ਉੱਧਰ ਹੋ ਜਾਣ, ਪੋਇਮ ਦੀ ਆਤਮਾ ਮਰ ਜਾਂ ਜਾਂਦੀ ਫਿਰ ਹੈ। ਸਾਨੂੰ 2-4 ਅੱਛੇ ਸ਼ੇਅਰ ਸੁਣਾ ਦਿਓ ਜਿਹੜੇ ਤੁਸੀਂ ਅਕਸਰ ਹੀ ਕੋਈ ਗੱਲ ਕਰਦੇ ਸੁਣਾ ਜਾਂਦੇ ਹੋ। ਬਸ ਸਰ ਫਿਰ ਗੱਲ ਤੇ ਇਸ ਤਰ੍ਹਾਂ ਕਹਿੰਦੀ ਹੈ ਕਿ ਜਦ ਆਪਾਂ ਆਪਸ 'ਚ ਗੱਲ ਕਰਦੇ ਹਾਂ, ਜਾਂ ਤੁਸੀਂ ਮੇਰੇ ਨਾਲ ਜਾਂ ਮੈਂ ਤੁਹਾਡੇ ਨਾਲ ਗੱਲ ਕਰਦਾ, ਤੇ ਗਾਲਿਬ ਦਾ ਇੱਕ ਸ਼ੇਰ ਹੈ, ਉਹ ਬੋਲਦਾ ਹੈ ਕਿ ਵੀ ਕਹਾਣੀ ਤੇਰੀ रूह दादे जहाँ मालूम होती है, कहानी तेरी रूह दादे जहाँ मालूम होती है, जो भी सुनता है उसी की दास्तां मालूम होती है। ਵਾਹ ਸੋ ਵਾਹ। ਆ ਸਰ ਕਹਾਣੀ ਸਭ ਦੀ ਹੈ, ਸਟਰਗਲ ਦਾ ਫੇਸ ਸਭ ਦਾ ਹੁੰਦਾ ਹੈ। ਸਟਰਗਲ ਤੋਂ ਬਗੈਰ ਜੇ ਕੋਈ ਰਿਜ਼ਲਟ ਮਿਲ ਜੇ ਤੇ ਫਿਰ ਉਹ ਰਿਜ਼ਲਟ ਨਹੀਂ ਹੁੰਦਾ, ਉਹ ਇੱਕ ਕਹਿ ਲਓ ਕਿ ਇੱਕ ਖੁਸ਼ਕਿਸਮਤੀ ਹੁੰਦੀ ਹੈ। ਤੇ ਜੋ ਸਟਰਗਲ ਦੇ ਨਾਲ ਜੋ ਚੀਜ਼ ਅਚੀਵ ਕੀਤੀ ਜਾਂਦੀ ਹੈ, ਉਹਦੇ 'ਚ ਤਜਰਬਾ ਤੇ ਕਈ ਤਰ੍ਹਾਂ ਦੇ ਇਨਗਰੀਡੀਐਂਟਸ ਹੁੰਦੇ ਹੈ,
ਸੋ ਜੋ ਬੰਦੇ ਦੀ ਪਰਸਨੈਲਿਟੀ ਨੂੰ ਨਿਖਾਰਦੇ ਆ ਤੇ ਉਹ ਵੰਡ ਸਕਦਾ। ਇੱਕ ਗੱਲ ਮੈਂ ਜ਼ਰੂਰ ਸਰ ਇੱਥੇ ਕਹਿਣਾ ਚਾਹਾਂਗਾ ਕਿ ਮੈਨੂੰ ਕਿਸੇ ਲੈਵਲ ਤੇ ਜਦ ਮੈਂ UGC ਨੈਟ ਦੀ ਵੀ ਤਿਆਰੀ ਕਰਦਾ ਸੀਗਾ ਤੇ ਜਦ ਮੈਨੂੰ ਕੁਝ ਤੇ ਬੜੇ ਅੱਛੇ ਬੰਦੇ ਮਿਲੇ ਤੇ ਕੁਝ ਮੈਨੂੰ ਇਸ ਤਰ੍ਹਾਂ ਵੀ ਲੱਗੇ ਕਿ ਜੋ ਮੈਨੂੰ ਆਫ ਟਰੈਕ ਕਰਦੇ ਸੀਗੇ। ਮੈਂ ਹਮੇਸ਼ਾ ਹੀ ਆ ਕੋਸ਼ਿਸ਼ ਕਰਦਾ ਹਾਂ ਕਿ ਜੋ ਵੀ ਮੈਂ ਕੁਝ ਸਿੱਖਿਆ ਮੈਂ ਕਿਸੇ ਬੱਚੇ ਦਾ ਟਾਈਮ ਨਹੀਂ ਲਾਈਫ ਵਿੱਚ ਵੇਸਟ ਕਰਨਾ। ਦੈਟ ਇਜ਼ ਅ ਲਰਨਿੰਗ। ਆਮ ਤੌਰ ਤੇ ਨਾ ਸਰ ਇੱਕ ਬੜਾ ਇੱਕ ਨੈਗੇਟਿਵ ਟ੍ਰੈਂਡ ਹੈ ਜੋ ਕਿ 10-20% ਇਸ ਆਪਣੀ ਟੀਚਿੰਗ ਫਰਟਰਨਿਟੀ 'ਚ ਵੀ ਹੁੰਦਾ ਹੈ। ਦੈਟ ਇਜ਼ ਆਈ ਹੈਵ ਸਟਰਗਲਡ ਐਂਡ ਆਈ ਹੈਵ ਅਚੀਵਡ ਆਊਟ ਆਫ ਹਿਊਜ ਸਟਰਗਲ। So how can I expect my student or my pupil or my scholar to achieve it in such a short time? ਤੇ ਉਹਨੂੰ ਰਬਰ ਬੈਂਡ ਵਾਂਗ ਉਹਨਾਂ ਹੀ ਖਿੱਚਦੇ ਹੈ ਤੇ ਅਖੀਰ ਤੇ ਉਹ ਬੰਦੇ ਦੀ ਜਦ ਬੱਸ ਹੋ ਜਾਂਦੀ ਹੈ, ਜਦ ਉਹਦੀ 'ਚ ਫਲੈਕਸੀਬਿਲਿਟੀ ਨਹੀਂ ਰਹਿੰਦੀ ਤੇ ਉਦੋਂ ਜਾ ਕੇ ਉਹਨੂੰ ਲੱਤ ਮਾਰ ਕੇ ਛੱਡ ਦਿੰਦੇ ਆ ਤੇ ਉਦੋਂ ਬੰਦਾ ਬਿਲਕੁਲ ਆਪਣਾ ਇੰਟੈਲੈਕਚੁਅਲ ਲੈਵਲ ਐਗਜ਼ੌਸਟ ਕਰ ਚੁੱਕਾ ਹੁੰਦਾ ਹੈ ਤੇ ਉਹ ਲਾਈਫ ਨੂੰ ਉਹਨਾਂ ਬਖੂਬੀ ਨਹੀਂ ਜੀ ਪਾਉਂਦਾ ਕਿਉਂਕਿ ਉਹ ਬਹੁਤ ਜ਼ਿਆਦਾ ਤੰਗ ਹੋ ਕੇ ਕਰਦਾ। ਸੇ ਮੈਂ ਆ ਫੀਲ ਕਰਦਾ ਕਿ ਜੇ ਮੈਂ ਕਿਸੇ ਦੇ ਨਾਲ ਇੱਕ ਸਕਾਲਰਲੀ ਲੈਵਲ ਤੇ ਵੀ ਟੱਚ ਹੁੰਦਾ ਜਾਂ ਫਿਰ ਮੈਂ ਕਿਸੇ ਨੂੰ ਜੇ ਇੱਕ ਗਾਈਡਸ਼ਿਪ ਦੇ ਤੌਰ ਤੇ ਵੀ ਅਪਣਾਉਣਾ ਜਾਂ ਮੈਂ ਕਲਾਸਰੂਮ 'ਚ ਵੀ ਪੜ੍ਹਾਉਣਾ ਤੇ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਕੋਈ ਨਵਾਂ ਸ਼ਬਦ ਸਿੱਖਿਆ ਹੈ ਉਹਨੂੰ ਮੈਂ ਆਪਣੀ ਜੇਬ 'ਚ ਪਾ ਕੇ ਘਰ ਨਹੀਂ ਲੈ ਕੇ ਜਾਣਾ, ਉਹਨੂੰ ਵੰਡਣਾ ਹੈ, ਉਹਨੂੰ ਨਿਖਾਰਨਾ ਹੈ, ਉਹਨੂੰ ਇੰਨੀ ਦੂਰੀ ਤੱਕ ਲੈ ਕੇ ਜਾਣਾ ਹੈ ਤਾਂ ਕਿ ਉਹ ਜਗ੍ਹਾ ਜਗ੍ਹਾ ਗਲੀ ਗਲੀ ਕੂਚੇ ਕੂਚੇ ਹਰ ਬੰਦੇ ਨੂੰ ਉਹ ਵਰਡ ਪਤਾ ਲੱਗ ਜਾਏ ਜਿਹੜਾ ਕਿ ਉਸ ਵਰਡ ਨੂੰ ਸਮਝਦਾ। ਸੋ ਦੈਟ ਇਜ਼ ਵਟ ਯੂ ਵਾਂਟ ਟੂ ਅਚੀਵ। ਦੈਟ ਇਜ਼ ਕਿਉਂਕਿ ਕਮਿਊਨੀਕੇਸ਼ਨ ਦਾ ਸਰ ਇੱਕ ਸਿੱਧੇ ਤੌਰ ਤੇ ਇੱਕ ਸਿੱਧਾ ਆਈਡੀਆ ਹੈ ਦੈਟ ਇਜ਼ ਸ਼ੇਅਰਿੰਗ ਆਫ ਆਈਡੀਆਜ਼ ਐਂਡ ਕਾਮਨ ਲੈਵਲ ਆਫ ਅੰਡਰਸਟੈਂਡਿੰਗ। ਕਿ ਜੇ ਤੁਸੀਂ ਕੋਈ ਨਵਾਂ ਸ਼ਬਦ ਕੋਈ ਨਵਾਂ ਗਿਆਨ ਹਾਸਲ ਕੀਤਾ ਜੇ ਤੁਸੀਂ ਉਹਨੂੰ ਵੰਡਦੇ ਨਹੀਂ ਤੇ ਉਹ ਗਿਆਨ ਅਧੂਰਾ ਹੈ, ਉਹਦੀ ਪਹੁੰਚ ਅਧੂਰੀ ਹੈ। ਜੇ ਤੁਹਾਡੇ ਤੱਕ ਪਹੁੰਚਿਆ ਤੇ ਤੁਸੀਂ ਅੱਗੇ ਤੱਕ ਪਹੁੰਚਾਉਣਾ ਇੱਕ ਟੀਚਰ ਦਾ ਇੱਕ ਫੈਸਿਲੀਟੇਟਰ ਦਾ ਰੋਲ ਹੈ। ਸੋ ਮੈਨੂੰ ਲੱਗਿਆ ਕਿ ਵੀ ਸ਼ਾਇਦ ਕਿਸੇ ਲੈਵਲ ਤੇ ਮੈਨੂੰ ਕਈ ਵਾਰ ਕੁਝ ਇਹੋ ਜਿਹੇ ਬੰਦੇ ਮਿਲੇ ਜਿਨ੍ਹਾਂ ਨੇ ਮੇਰੇ ਤੱਕ ਗੱਲ ਖਿੱਚ ਲਈ ਕਿ ਇਹਨੂੰ ਦੱਸ ਦਾਂਗਾ ਕਿਤੇ ਨਾ ਅਚੀਵ ਕਰ ਜੇ। ਪਰ ਮੈਨੂੰ ਕੁਝ ਇਹੋ ਜਿਹੇ ਵੀ ਮਿਲੇ ਜਿਨ੍ਹਾਂ ਨੇ ਮੇਰੇ ਨਾਲ ਆਪਣੇ ਸਾਰੇ ਹੀ ਤਜਰਬੇ, ਸਾਰੀਆਂ ਹੀ ਗੱਲਾਂ, ਸਾਰੀਆਂ ਕਿਤਾਬਾਂ, ਸਾਰੇ ਕੁਝ ਚੀਜ਼ਾਂ ਸਾਂਝੀਆਂ ਕਰ ਲਈਆਂ ਤੇ ਉਹਦਾ ਮੈਨੂੰ ਬਹੁਤ ਫਾਇਦਾ ਹੋਇਆ। ਸੋ ਮੈਂ ਜਦ ਕਲਾਸਰੂਮ ਵਿੱਚ ਜਾਂਦਾ ਤੇ ਜੇ ਮੈਂ ਕੋਈ 50 ਨਵੇਂ ਸ਼ਬਦ ਸਿੱਖੇ ਹੈ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਵੀ ਚਾਹੇ ਤੁਹਾਡੇ ਲੈਕਚਰ ਤੇ ਵੀ ਮੈਨੂੰ 10 ਮਿੰਟ ਮੰਗਣੇ ਪੈ ਜਾਣ, ਮੈਂ ਉਹ 50 ਦੇ 50 ਸ਼ਬਦ ਬੋਲ ਕੇ ਹੀ ਆਉਣਾ। ਤੇ ਜਦ ਬੋਲ ਕੇ ਆਉਣਾ ਤੇ ਉਹਦੀ ਇੱਕ ਸੈਟਿਸਫੈਕਸ਼ਨ, ਉਹਦਾ ਇੱਕ ਪੀਸ ਇੱਕ ਵੱਖਰੇ ਮੁਕਾਮ ਤੇ ਹੁੰਦਾ ਹੈ ਕਿ ਤੁਸੀਂ ਅੱਜ 80 ਨਵੇਂ ਬੰਦੇ ਜਾਗਰੂਕ ਕੀਤੇ, 80 ਬੰਦਿਆਂ ਤੱਕ ਆਪਣੀ ਗੱਲ ਪਹੁੰਚਾਈ, ਉਹ 80 ਅੱਗੇ ਜਾ ਕੇ ਇੰਟਰੈਕਟ ਕਰਨਗੇ। ਤੁਸੀਂ ਸਾਨੂੰ ਉਹ ਸ਼ਬਦ ਸਮਝਾਉਣ ਵਾਸਤੇ ਸਾਡੇ ਟੇਬਲ ਦਾ ਪ੍ਰਯੋਗ ਹੀ ਕਰ ਲੈਂਦੇ ਹੋ ਔਰ ਉਹਦੇ ਉੱਪਰ ਚਾਪ ਨਾਲ ਸਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹੋ। ਤੁਹਾਡੇ ਸਪੈਸ਼ਲ ਬਾਖੂਬੀ ਵਾਕਫ ਆ ਜੀ ਸਰ। ਸੋ ਬਹੁਤ ਖੂਬਸੂਰਤ ਗੱਲਾਂ ਡਾਕਟਰ ਖੰਨਾ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਜ਼ਰੀਏ ਹੋਈਆਂ। ਬੇਸ਼ੱਕ ਫਾਰਮਲੀ ਆਪਾਂ ਇਨਫਾਰਮਲੀ ਬਹੁਤ ਸਾਰੀਆਂ ਗੱਲਾਂ ਕਰਦੇ ਰਹਿੰਦੇ ਹਾਂ, ਲੇਕਿਨ ਥੋੜ੍ਹਾ ਜਿਹਾ ਫਾਰਮਲ ਹੋ ਕੇ ਆਪਾਂ ਅੱਜ ਗੱਲ ਕੀਤੀ ਹੈ। ਵੈਸੇ ਤਾਂ ਫਾਰਮੈਲਿਟੀ ਮੈਂ ਰੱਖੀ ਨਹੀਂ, ਇਨਫਾਰਮਲ ਹੀ ਰਿਹਾ, ਲੇਕਿਨ ਫਿਰ ਵੀ ਕਿਤੇ ਨਾ ਕਿਤੇ ਥੋੜ੍ਹੀ ਬਹੁਤੀ ਫਾਰਮੈਲਿਟੀ ਹੋ ਸਕਦੀ ਹੈ। ਲੇਕਿਨ ਤੁਹਾਡੇ ਨਾਲ ਗੱਲਾਂ ਕਰਕੇ, ਤੁਹਾਡੇ ਬਾਰੇ ਜਾਣ ਕੇ, ਮੈਂ ਸੱਚ ਦੱਸਾਂ ਕਿ ਮੈਂ ਪਿਛਲੇ ਹਫ਼ਤੇ 10 ਦਿਨ ਤੋਂ ਸੋਚ ਰਿਹਾ ਸੀ ਕਿ ਡਾਕਟਰ ਖੰਨਾ ਨੂੰ ਇਸ ਤਰ੍ਹਾਂ ਇਸ ਪ੍ਰੋਗਰਾਮ 'ਚ ਲੈ ਕੇ ਇਹਨਾਂ ਦੇ ਅੰਦਰ ਨੂੰ ਜਾਣਿਆ ਜਾਏ। ਤਾਂ ਬਹੁਤ ਸਾਰੀਆਂ ਗੱਲਾਂ ਤੁਹਾਡੇ ਅੰਦਰੋਂ ਨਿਕਲ ਕੇ ਆਈਆਂ ਨੇ ਔਰ ਜਿਹਦੇ ਵਿੱਚ ਇੱਕ ਬਹੁਤ ਹੀ ਅੱਛੇ ਅਧਿਆਪਕ ਦੀਆਂ ਸੰਭਾਵਨਾਵਾਂ, ਬਹੁਤ ਹੀ ਕਾਮਯਾਬ ਅਧਿਆਪਕ ਦੀਆਂ ਸੰਭਾਵਨਾਵਾਂ ਹੀ ਨਹੀਂ ਦਿਸਦੀਆਂ, ਸਗੋਂ ਇੱਕ ਕਾਮਯਾਬ ਅਧਿਆਪਕ ਅਤੇ ਇੱਕ ਸਫਲ ਅਧਿਆਪਕ ਜਿਹੜਾ ਉਹ ਨਜ਼ਰ ਆਇਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਸ ਪ੍ਰੋਗਰਾਮ ਲਈ ਸਮਾਂ ਦਿੱਤਾ। ਮੇਰਾ ਖਿਆਲ ਹੈ ਕਿ ਇਹ ਮੁਲਾਕਾਤ, ਇਹ ਗੱਲਾਂ ਬਾਤਾਂ ਤੁਹਾਡੇ ਨਾਲ ਜੋ ਹੋਈਆਂ ਨੇ ਉਹ ਸਾਡੇ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਹੋਣਗੀਆਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਪਿਆਰੇ ਦੋਸਤੋ, ਇਹ ਸੀ ਡਾਕਟਰ ਖੰਨਾ। ਆਉਣ ਵਾਲੇ ਸਮੇਂ 'ਚ ਕਿਸੇ ਹੋਰ ਸ਼ਖਸੀਅਤ ਨੂੰ ਇਸੇ ਤਰ੍ਹਾਂ ਹੀ ਤੁਹਾਡੇ ਰੂਬਰੂ ਕਰਾਵਾਂਗੇ ਤਾਂ ਕਿ ਉਹਨਾਂ ਦੇ ਮਨ ਦੀਆਂ ਜਾਣ ਕੇ ਅਸੀਂ ਆਪਣੇ ਆਪ ਨੂੰ ਅਗਾਂਹ ਲੈ ਜਾ ਸਕੀਏ। ਇੰਨੇ ਸ਼ਬਦਾਂ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਰੱਬ ਰਾਖਾ।